ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ 'ਤੇ ਵਿਚਾਰ ਕਰਾਂਗੇ ਵੀ ਉਹਨਾਂ ਨੇ ਆਪਣੇ ਜੀਵਨ 'ਚ ਕਿਹੜੇ ਮੁੱਖ ਕੰਮ ਕੀਤੇ। 1595 ਈਸਵੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਵਡਾਲੀ ਪਿੰਡ ਜੋ ਛੇਹਰਟਾ ਸਾਹਿਬ ਦੇ ਨਜ਼ਦੀਕ ਹੈ, ਉਸ ਏਰੀਏ 'ਚ ਪ੍ਰਚਾਰ ਕਰਨ ਗਏ ਹੋਏ ਸਨ ਅਤੇ ਉਹ ਰਹਿੰਦੇ ਸਨ ਰਾਤ ਨੂੰ ਵਡਾਲੀ ਪਿੰਡ। ਆਪ ਜੀ ਦੇ ਮਹਿਲ ਪਾਸ ਪਤਨੀ ਮਾਤਾ ਗੰਗਾ ਜੀ ਵੀ, ਉਹ ਵੀ ਪੰਚਮ ਪਾਤਸ਼ਾਹ ਦੇ ਨਾਲ ਹੀ ਸਨ, ਕਿਉਂਕਿ ਉਸ ਵੇਲੇ ਤੱਕ ਪਰਿਵਾਰ ਦੇ 2 ਹੀ ਜੀਅ ਸਨ, ਇਸ ਲਈ ਉਹ ਵੀ ਨਾਲ ਸਨ। ਇਹ ਵਡਾਲੀ ਪਿੰਡ ਦੇ ਵਿੱਚ ਹੀ 1595 ਈਸਵੀ ਨੂੰ ਬਾਬਾ ਬੁੱਢਾ ਜੀ ਦੇ ਵਰ ਨਾਲ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ ਵਡਾਲੀ ਪਿੰਡ 'ਚ, ਜੋ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹੈ ਅਤੇ ਛੇਹਰਟੇ ਦੇ ਨਾਲ ਹੈ। ਹਰਗੋਬਿੰਦ ਸਾਹਿਬ ਦੇ ਜਨਮ ਦੀ ਖੁਸ਼ੀ ਵਿੱਚ ਪੰਚਮ ਪਾਤਸ਼ਾਹ ਨੇ ਇੱਕ ਬਹੁਤ ਵੱਡਾ ਖੂਹ ਖੁਦਵਾਇਆ, 6 ਹੱਡਾਂ ਵਾਲਾ, ਜਿਸ 'ਚ 6 ਟਿੰਡਾਂ ਸਨ। ਇਕੱਠੇ 6 ਖੂਹ ਚੱਲਦੇ ਸਨ ਇੱਕੋ ਖੂਹ ਦੇ ਵਿੱਚ ਹੀ, ਕਿਉਂਕਿ 6ਵੇਂ ਪਾਤਸ਼ਾਹ ਬਣਨੇ ਸਨ, ਇਸ ਲਈ 6 ਹੱਡਾ ਖੂਹ ਲਵਾਇਆ। ਜਦੋਂ 6ਵੇਂ ਪਾਤਸ਼ਾਹ ਥੋੜ੍ਹੇ ਜਿਹੇ ਵੱਡੇ ਹੋਏ, ਜਿਹੜਾ ਪ੍ਰਿਥੀ ਚੰਦ ਸੀ, ਇਹ ਪੰਚਮ ਪਾਤਸ਼ਾਹ ਨੇ ਸ਼ੁਰੂ ਤੋਂ ਨਾਰਾਜ਼ ਸੀ ਕਿ ਹਾਂ ਇਹਨੂੰ ਕਿਉਂ ਗੁਰਗੱਦੀ ਮਿਲ ਗਈ ਹੈ, ਮੈਨੂੰ ਕਿਉਂ ਨਹੀਂ ਮਿਲੀ। ਪਹਿਲਾਂ ਤਾਂ ਪ੍ਰਿਥੀ ਚੰਦ ਦੀ ਘਰ ਵਾਲੇ ਕਰਮ, ਉਹ ਤਾਣੇ ਮਿਹਨੇ ਦਿੰਦੀ ਰਹਿੰਦੀ ਸੀ ਮਾਤਾ ਗੰਗਾ ਜੀ ਨੂੰ, ਕੋਈ ਨਹੀਂ ਫਿਰ ਕੀ ਹੋਇਆ, ਤੁਹਾਡੇ ਕਿਹੜਾ ਘਰ ਕੋਈ ਪੁੱਤਰ ਹੈ, ਤੁਹਾਡੇ ਮਰਨ ਤੋਂ ਬਾਅਦ ਸਾਨੂੰ ਹੀ ਗੁਰਗੱਦੀ ਮਿਲਣੀ ਹੈ। ਹੁਣ ਹੋ ਗਿਆ ਪੁੱਤਰ, ਹੁਣ ਹੋ ਗਿਆ ਵੀ ਹੁਣ ਨਹੀਂ ਸਾਨੂੰ ਮਿਲਦੀ, ਵੀ ਕਿਸੇ ਤਰ੍ਹਾਂ ਇਹਨਾਂ ਦੇ ਪੁੱਤਰ ਨੂੰ ਮਰਵਾ ਦਿੱਤਾ ਜਾਵੇ। ਸਕਾ ਤਾਇਆ ਆਪਣੇ ਭਤੀਜੇ ਨੂੰ ਮਾਰਨ ਲਈ ਤਿਆਰ ਹੋ ਗਿਆ। ਜਿਹੜੀ ਬੱਚੇ ਨੂੰ ਖਿਡਾਉਂਦੀ ਸੀ ਦਾਈ ਸੋਭੀ, ਦਾਈ ਦਾ ਨਾਂ ਸੀ ਸੋਭੀ, ਉਹਨੂੰ ਪ੍ਰਿਥੀ ਚੰਦ ਨੇ ਗੰਢਿਆ ਵੀ ਜਿੰਨੇ ਪੈਸੇ ਮੰਗੇਗੀ ਮੈਂ ਓਨੇ ਪੈਸੇ ਦਿਆਂਗਾ ਤੈਨੂੰ, ਆ ਲੈ ਜ਼ਹਿਰ, ਆਪਣੇ ਥਣਾਂ ਨੂੰ ਜ਼ਹਿਰ ਲਾ ਲਈ ਅਤੇ ਕਿਸੇ ਨਾ ਕਿਸੇ ਤਰ੍ਹਾਂ ਹਰਗੋਬਿੰਦ ਸਾਹਿਬ ਦੇ ਮੂੰਹ 'ਚ ਆਪਣੇ ਥਣ ਪਾ ਦੇ। ਇਹ ਜ਼ਹਿਰ ਉਹਨਾਂ ਦੇ ਮੂੰਹ 'ਚ ਚਲੀ ਜਾਏਗੀ, ਉਹ ਮਰ ਜਾਣਗੇ। ਜਦੋਂ ਮਰ ਗਏ, ਜਿੰਨੇ ਪੈਸੇ ਮੰਗੇ ਉਹਨੇ ਤੈਨੂੰ ਦੇ ਦਾਂਗੇ। ਲਾਲਚ ਕਹਿੰਦੇ ਬੁਰੀ ਬਲਾ ਹੁੰਦਾ ਹੈ। ਸੋਭੀ ਦਾਈ ਇਸ ਕੰਮ ਲਈ ਤਿਆਰ ਹੋ ਗਈ ਹੈ। ਉਹਨੇ ਥਣਾਂ ਨੂੰ ਜ਼ਹਿਰ ਵੀ ਲਾ ਲਈ ਹੈ। ਬੜੇ ਕੋਸ਼ਿਸ਼ ਕੀਤੀ ਹੈ ਵੀ ਹਰਗੋਬਿੰਦ ਸਾਹਿਬ ਉਹ ਥਣ ਮੂੰਹ 'ਚ ਪਾ ਲੈਣ, ਪਰ ਬੱਚੇ ਨੇ ਨਹੀਂ ਪਾਇਆ। ਨਤੀਜਾ ਕੀ ਹੋਇਆ ਕਿ ਉਹ ਜ਼ਹਿਰ ਦਾਈ ਨੂੰ ਚੜ੍ਹ ਗਈ ਅਤੇ ਕੁਝ ਸਮੇਂ ਬਾਅਦ ਦਾਈ ਤੜਫ ਕੇ ਮਰ ਗਈ ਹੈ। ਫਿਰ ਗੁਰੂ ਬਾਰੇ ਪਤਾ ਲੱਗਾ ਵੀ ਉਹ ਇਹ ਤਾਂ ਸਾਡੇ ਬੱਚੇ ਨੂੰ ਮਾਰਨ ਲੱਗੇ ਸੀ, ਕਿ ਜੇ ਤੜਫ ਰਹੀ ਸੀ ਤਾਂ ਫਿਰ ਉਹਨੇ ਦੱਸਿਆ ਵੀ ਆਹ ਗੱਲ ਹੈ। ਚਲੋ ਇਸ ਵਾਰ ਤੋਂ 6ਵੇਂ ਪਾਤਸ਼ਾਹ ਬਚ ਗਏ। ਫਿਰ ਦੁੜੀ ਚੰਦ ਰਸੋਈਆ ਸੀ, ਜਿਹੜਾ ਗੁਰੂ ਮਹਾਰਾਜ ਦੇ ਲੰਗਰ ਪਾਣੀ ਤਿਆਰ ਕਰਦਾ ਸੀ, ਉਹਨੂੰ ਗੰਢਿਆ ਪ੍ਰਿਥੀ ਚੰਦ ਨੇ ਕਿ ਜਿੰਨੇ ਪੈਸੇ ਮੰਗੇਗਾ ਓਨੇ ਦੇਵਾਂਗਾ। ਆ ਲੈ ਜ਼ਹਿਰ ਹੈ, ਤੂੰ ਦਹੀਂ ਵਿੱਚ ਪਾ ਕੇ ਨਾ ਬੱਚੇ ਨੂੰ ਔਖਾ ਸੌਖਾ ਖਵਾ ਦੇ, ਜੇ ਬੱਚਾ ਮਰ ਗਿਆ ਜਿੰਨੇ ਪੈਸੇ ਮੰਗੇਗਾ ਓਨੇ ਦੇਵਾਂਗਾ। ਉਹ ਵੀ ਤਿਆਰ ਹੋ ਗਿਆ ਹੈ। ਉਹਨੇ ਵੀ ਦਹੀਂ ਦੇ ਵਿੱਚ ਜ਼ਹਿਰ ਲਾ ਲਈ ਹੈ।
ਬੱਚੇ ਦੇ ਮੂੰਹ 'ਚ ਪਾਉਣਾ ਚਾਹੁੰਦਾ ਦਹੀਂ, ਬੱਚੇ ਨੇ ਮੂੰਹ ਘੁੱਟ ਲਿਆ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਹੈ। ਇੰਨੇ 'ਚ ਨੂੰ ਗੁਰੂ ਅਰਜਨ ਦੇਵ ਮਹਾਰਾਜ ਕੁਦਰਤੀ ਆ ਗਏ। ਉਹਨਾਂ ਨੂੰ ਸ਼ੱਕ ਹੋ ਗਿਆ ਵੀ ਕੋਈ ਗੱਲ ਹੈ। ਉਹਨਾਂ ਉਹ ਦੁਨੀ ਚੰਦ ਦੇ ਹੱਥੋਂ ਦਹੀਂ ਫੜਿਆ, ਸਾਹਮਣੇ ਕੁੱਤਾ ਸੀ, ਉਹਨੂੰ ਪਤਾ। ਕੁੱਤਾ ਕੁਝ ਸਮੇਂ ਬਾਅਦ ਤੜਫ ਕੇ ਮਰ ਗਿਆ। ਗੁਰੂ ਮਹਾਰਾਜ ਬੜਾ ਗੁੱਸਾ ਚੜਿਆ ਵੀ ਇਹ ਲੋਕ ਸਾਡੇ ਘਰ ਦਾ ਖਾਂਦੇ ਨੇ, ਇਹ ਹੋਣਾ ਚਾਹੀਦਾ ਸੀ ਨਮਕ ਹਲਾਲ, ਇਹ ਨਮਕ ਹਰਾਮੀ ਹੋ ਗਏ। ਇਹ ਵੀ ਗੱਲ ਸਿਰੇ ਨਾ ਚੜੀ। ਫਿਰ ਪ੍ਰਿਥੀ ਚੰਦ ਨੇ ਇੱਕ ਸਪੇਰੇ ਨੂੰ ਗੰਢਿਆ ਕਿ ਜਿੰਨੇ ਪੈਸੇ ਮੰਗੇਗਾ ਮੈਂ ਤੈਨੂੰ ਉਹਨੇ ਦੇਵਾਂਗਾ, ਤੂੰ ਜ਼ਹਿਰੀਲਾ ਸੱਪ ਲੈ ਜਾ, ਉੱਥੇ ਜਾ ਕੇ ਬੀਨ ਵਜਾਈ। ਬੱਚੇ ਜਿਹੜੇ ਨੇ ਉਹ ਆ ਜਾਂਦੇ ਆਵਾਜ਼ ਸੁਣ ਕੇ। ਜਦੋਂ ਹਰਗੋਬਿੰਦ ਸਾਹਿਬ ਨਜ਼ਦੀਕ ਆਉਣ, ਤੂੰ ਸੱਪ ਛੱਡ ਦੇ, ਉਹ ਡੰਗ ਮਾਰ ਦੇਗਾ। ਉਸ ਤਰ੍ਹਾਂ ਹੀ ਹੋਇਆ, ਉਹਨੇ ਸੱਪ ਛੱਡਤਾ, ਪਰ ਸੱਪ ਨੇ ਗੁਰੂ ਮਹਾਰਾਜ ਨੂੰ ਡੰਗਿਆ ਨਹੀਂ ਹੈ, ਇਸ ਲਈ ਉਹ ਇਸ 'ਚ ਵੀ ਉਹ ਸਫਲ ਨਾ ਹੋਇਆ। ਕੁਦਰਤੀ ਬਚਾਅ ਹੋ ਗਿਆ ਹੈ। ਫਿਰ ਜਦੋਂ ਕੁਝ ਕੁ ਸਾਲਾਂ ਦੇ ਹੋਏ, ਹਰਗੋਬਿੰਦ ਸਾਹਿਬ ਨੂੰ ਮਾਤਾ ਨਿਕਲ ਆਈ ਹੈ, ਜਿਹਨੂੰ ਚੀਚਕ ਵੀ ਕਹਿੰਦੇ। ਉਸ ਜ਼ਮਾਨੇ 'ਚ ਇਹ ਮਾਤਾ ਜਾਂ ਚੀਚਕ ਦਾ ਕੋਈ ਇਲਾਜ ਨਹੀਂ ਸੀ ਹੋਇਆ ਕਰਦਾ। ਕੋਈ ਮੰਦਰ ਹੁੰਦਾ ਸੀ ਚੀਚਕ ਮਾਤਾ ਦਾ, ਉੱਥੇ ਜਾ ਕੇ ਬੱਚੇ ਨੂੰ ਇਸ਼ਨਾਨ ਕਰਾਦੇ ਕਰਦੇ ਸਨ। ਲੋਕ ਕਹਿੰਦੇ ਗੁਰੂ ਮਹਾਰਾਜ ਨੂੰ ਕਿਤੇ ਮਾਤਾ ਦੇ ਮੰਦਰ 'ਚ ਲੈ ਜਾਓ, ਉੱਥੇ ਬੱਚੇ ਨੂੰ ਇਸ਼ਨਾਨ ਕਰਾ ਲਓ। ਉਹ ਕਹਿੰਦੇ ਨਹੀਂ, ਅਸੀਂ ਤਾਂ ਪਰਮਾਤਮਾ ਨੂੰ ਮੰਨਦੇ ਹਾਂ। ਪਰਮਾਤਮਾ ਇਹਨਾਂ ਦੇਵੀ ਦੇਵਤਿਆਂ ਤੋਂ ਉੱਚਾ ਹੈ। ਪਰਮਾਤਮਾ ਨੇ ਦੇਵੀ ਦੇਵਤੇ ਬਣਾਏ ਹਨ, ਅਸੀਂ ਤਾਂ ਪਰਮਾਤਮਾ ਦਾ ਓਟ ਆਸਰਾ ਹੀ ਲੈਣਾ ਹੈ। ਚਲੋ ਅਟਲ ਵਿਸ਼ਵਾਸ ਸੀ ਅਤੇ 6ਵੇਂ ਪਾਤਸ਼ਾਹ ਚੀਚਕ ਤੋਂ ਵੀ ਬਚ ਕੇ ਆਰਾਮ ਆ ਗਿਆ, ਠੀਕ ਠਾਕ ਹੋ ਗਏ। 1606 ਈਸਵੀ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੂੰ ਲਾਹੌਰ ਸੱਦ ਕੇ ਜਹਾਂਗੀਰ ਦੇ ਹੁਕਮ ਨਾਲ ਤਤੀਆਂ ਤਵੀਆਂ 'ਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ। ਜਦੋਂ ਪੰਚਮ ਪਾਤਸ਼ਾਹ ਅੰਮ੍ਰਿਤਸਰ ਤੋਂ ਚੱਲਣ ਲੱਗੇ, ਬਾਬਾ ਬੁੱਢਾ ਜੀ ਨੂੰ ਕਹਿੰਦੇ ਵੀ ਅਸੀਂ ਹੁਣ ਵਾਪਸ ਨਹੀਂ ਆਉਣਾ, ਸਾਨੂੰ ਉੱਥੇ ਸ਼ਹੀਦੀ ਦੇਣੀ ਪੈਣੀ ਹੈ, ਇਸ ਲਈ ਸਾਡੇ ਤੋਂ ਬਾਅਦ ਹਰਗੋਬਿੰਦ ਸਾਹਿਬ ਨੂੰ ਗੁਰਗੱਦੀ ਦਾ ਤਿਲਕ ਲਾ ਦੇਣਾ, ਗੁਰਗੱਦੀ ਇਹਨਾਂ ਨੂੰ ਦੇ ਦੇਣੀ। ਸੋ 1606 ਈਸਵੀ ਦੇ ਵਿੱਚ ਆਪ ਜੀ ਨੂੰ ਗੁਰਿਆਈ ਦਾ ਤਿਲਕ ਲਾਇਆ ਗਿਆ। ਆਪ ਜੀ ਨੇ 2 ਤਲਵਾਰਾਂ ਪਹਿਨੀਆਂ। ਬਾਬਾ ਬੁੱਢਾ ਜੀ ਨੇ ਪੁੱਛਿਆ ਵੀ 2 ਤਲਵਾਰਾਂ ਕਾਹਦੇ ਲਈ ਨੇ? ਕਹਿੰਦੇ ਬਾਬਾ ਜੀ ਇੱਕ ਮੀਰੀ ਦੀ ਅਤੇ ਇੱਕ ਪੀਰੀ ਦੀ। ਮੀਰੀ ਫਾਰਸੀ ਦਾ ਸ਼ਬਦ ਹੈ, ਮੀਰ ਫਾਰਸੀ ਦਾ ਸ਼ਬਦ ਹੈ, ਮਤਲਬ ਰਾਜਾ। ਇੱਕ ਰਾਜਗਿਰੀ ਦੀ ਹੈ, ਇੱਕ ਪੀਰ ਦੀ ਹੈ, ਗੁਰੂ ਅਸੀਸ ਕਰ। 2 ਤਲਵਾਰਾਂ ਆਪ ਜੀ ਨੇ ਪਹਿਨ ਲਈ। ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਜਿਹੜੇ ਜ਼ਾਲਮ ਰਾਜੇ ਹਨ, ਇਹਨਾਂ 'ਤੇ ਸ਼ਹੀਦੀ ਦਾ ਕੋਈ ਅਸਰ ਨਹੀਂ ਹੋਇਆ। ਇਸ ਲਈ ਆਪਣੀ ਅਤੇ ਆਪਣੀ ਕੌਮ ਦੀ ਆਪ ਰਖਵਾਲੀ ਕਰਨੀ ਪਏਗੀ, ਆਪਣੇ ਦੀਨ ਅਮਾਨ ਦੀ ਆਪ ਰਖਵਾਲੀ ਕਰਨੀ ਪਏਗੀ। ਰਖਵਾਲੀ ਤਾਂ ਹੀ ਹੋ ਸਕਦੀ ਹੈ ਜੇ ਮਨੁੱਖ ਸ਼ਸਤਰਧਾਰੀ ਹੋਵੇ। ਮੰਨ ਲਓ ਮੈਂ ਖਾਲੀ ਹੱਥ ਜਾ ਰਿਹਾ, ਅੱਗੋਂ ਇੱਕ ਬੰਦਾ ਡਾਂਗ ਲੈ ਕੇ ਮੈਨੂੰ ਟੱਕਰ ਜਾਂਦਾ, ਮੈਨੂੰ ਕਹਿੰਦਾ ਬਾਬਾ ਜੀ ਜੋ ਕੁਛ ਹੈ ਇੱਥੇ ਧਰ ਦਿਓ, ਨਹੀਂ ਹੁਣੇ ਤੁਹਾਡਾ ਕਟਾਪਾ ਕਰ ਦੇਣਾ। ਮੈਂ ਹੋ ਸਕਦਾ ਮੈਂ ਡਰਦਾ ਹੋਇਆ ਵੀ ਮਾਰ ਦੇਗਾ ਮੈਨੂੰ ਕੁੱਟ-ਕੁੱਟ ਕੇ, ਮੈਂ ਉਹਨੂੰ ਦੇ ਹੀ ਦੇਵਾ ਸਕਦਾ। ਪਰ ਜੇ ਮੈਂ ਵੀ ਹਥਿਆਰ ਬਣਦਾ ਤਾਂ ਅਗਲਾ ਮੈਨੂੰ ਸੋਚ ਕੇ ਕਰੇਗਾ ਨਾ ਵੀ ਹੋ ਸਕਦਾ ਇਹਦਾ ਵਾਰ ਪਹਿਲਾਂ ਹੋ ਜਾਏ। ਇਸ ਦੂਰ ਦੀ ਸੋਚ ਕੇ ਗੁਰੂ ਮਹਾਰਾਜ ਨੇ ਇਹ 2 ਤਲਵਾਰਾਂ ਪਹਿਨੀਆਂ। ਘੋੜ ਸਵਾਰੀ ਸਿੱਖਣੀ ਸ਼ੁਰੂ ਕੀਤੀ।
ਹਥਿਆਰ ਚਲਾਉਣੇ ਸਿੱਖਣੇ ਸ਼ੁਰੂ ਕੀਤੇ, ਵਿੱਦਿਆ ਪ੍ਰਾਪਤ ਕਰਨੀ ਸਿੱਖਣੀ ਸ਼ੁਰੂ ਕੀਤੀ। ਜਦੋਂ ਆਪ ਜੀ 14 ਸਾਲ ਦੇ ਹੋਏ 1609 ਈਸਵੀ ਵਿੱਚ, ਆਪ ਜੀ ਨੇ ਸੋਚਿਆ ਵੀ ਹੁਣ ਧਰਮ ਅਤੇ ਰਾਜਨੀਤੀ ਇਕੱਠੇ ਹੋ ਗਏ ਨੇ, ਪਰ ਜਿਹੜਾ ਹਰਿਮੰਦਰ ਸਾਹਿਬ ਹੈ ਇਹਦੇ ਤਾਂ ਮੁਸਲਮਾਨਾਂ ਵੀ ਆਉਣੇ, ਸਿੱਖਾਂ ਨੇ ਵੀ ਆਉਣੇ, ਹਿੰਦੂਆਂ ਨੇ ਵੀ ਆਉਣੇ, ਬ੍ਰਾਹਮਣਾਂ ਨੇ ਵੀ ਆਉਣੇ, ਖੱਤਰੀਆਂ ਨੇ ਵੀ ਆਉਣੇ, ਵੈਸ਼ਾਂ ਨੇ ਵੀ ਆਉਣੇ, ਸ਼ੂਦਰਾਂ ਨੇ ਵੀ ਆਉਣਾ ਹੈ। ਇਸ ਲਈ ਇੱਥੇ ਰਾਜਨੀਤੀ ਡਿਸਕਸ ਨਹੀਂ ਹੋ ਸਕਦੀ। ਵੀ ਗੁਰਦੁਆਰਿਆਂ ਦੇ ਵਿੱਚ ਰਾਜਨੀਤੀ ਡਿਸਕਸ ਨਹੀਂ ਕਰਨੀ ਚਾਹੀਦੀ। ਮੰਨ ਲਓ ਆਪਾਂ ਮੁਸਲਮਾਨਾਂ ਬਾਰੇ ਹੀ ਕੋਈ ਇੱਥੇ ਵਿਚਾਰ ਕਰ ਰਿਹਾ ਅਤੇ ਉੱਥੇ ਗੁਰਦੁਆਰੇ ਮੁਸਲਮਾਨ ਵੀ ਬੈਠੇ ਹੋਣ ਤਾਂ ਫਿਰ ਅਗਲੇ ਨੂੰ ਫੀਲ ਹੋਵੇਗਾ ਨਾ ਵੀ ਸਾਡੇ ਵਿਰੁੱਧ ਇਹ ਕਰ ਰਹੇ ਨੇ। ਬੜੀ ਦੂਰ ਦੀ ਸੋਚੀ। ਅਸੀਂ ਹੁਣ ਲੱਗ ਗਏ ਰਾਜਨੀਤੀ ਡਿਸਕਸ ਕਰਨ ਗੁਰਦੁਆਰਿਆਂ 'ਚ, ਇਸ ਲਈ ਲੜਾਈਆਂ ਝਗੜੇ ਵੀ ਸਾਡੇ ਸ਼ੁਰੂ ਹੋ ਗਏ ਹਨ। ਉਹਨਾਂ ਦੂਰ ਦੀ ਸੋਚ ਕੇ ਅਕਾਲ ਤਖਤ ਬਣਾਇਆ, ਹਰਿਮੰਦਰ ਸਾਹਿਬ ਦੇ ਸਾਹਮਣੇ ਬਣਿਆ ਹੋਇਆ। ਹੁਣ ਉਹਦੇ ਇੱਕ ਮੰਜ਼ਿਲ ਹੁੰਦੀ ਸੀ। ਉਹਨਾਂ ਨੇ ਸ਼ਾਮ ਨੂੰ ਅਕਾਲ ਤਖਤ 'ਤੇ ਬੈਠਣਾ ਹੈ। ਢਾਡੀ ਹੁੰਦੇ ਸਨ, ਵਾਰਾਂ ਗਾਉਂਦੇ ਸਨ, ਸੰਗਤ ਬੈਠੀ ਹੁੰਦੀ ਸੀ। ਢਾਡੀ ਨੇ ਬਹਾਦਰਾਂ ਦੀਆਂ ਵਾਰਾਂ ਗਾਉਣੀਆਂ ਤਾਂ ਜੋ ਕੌਮ ਦੇ ਵਿੱਚ ਜੋਸ਼ ਭਰਿਆ ਜਾ ਸਕੇ, ਕੌਮ ਨੂੰ ਦੁਸ਼ਮਣ ਦੇ ਨਾਲ ਲੜਾਈ ਕਰਨ ਲਈ ਤਿਆਰ ਕੀਤਾ ਜਾ ਸਕੇ। ਇਸ ਲਈ ਗੁਰੂ ਮਹਾਰਾਜ ਨੇ ਕਹਿਤਾ ਵੀ ਅੱਗੇ ਤੋਂ ਜਿਹੜਾ ਅਮੀਰ ਸਿੱਖ ਹੈ ਉਹ ਜਦੋਂ ਸਾਨੂੰ ਮਿਲਣ ਆਵੇ ਵਧੀਆ ਘੋੜੇ ਜਾਂ ਵਧੀਆ ਹਥਿਆਰ ਲੈ ਕੇ ਆਵੇ। ਵਧੀਆ ਘੋੜੇ ਵਧੀਆ ਹਥਿਆਰ ਆਉਣ ਲੱਗ ਪਏ। ਫਿਰ ਗੁਰੂ ਮਹਾਰਾਜ ਨੇ ਕਿਹਾ ਵੀ ਜਿਨ੍ਹਾਂ ਨੇ ਸਾਡੀ ਫੌਜ ਭਰਤੀ ਹੈ ਨੌਜਵਾਨ, ਉਹ ਭਰਤੀ ਹੋਣੇ ਸ਼ੁਰੂ ਹੋ। ਇਸ ਕਰਕੇ ਗੁਰੂ ਮਹਾਰਾਜ ਨੇ ਅੰਮ੍ਰਿਤਸਰ ਦੇ ਵਿੱਚ ਲੋਹਗੜ੍ਹ ਦਾ ਕਿਲ੍ਹਾ ਬਣਾਇਆ। ਉੱਥੇ ਫਿਰ ਹਥਿਆਰ ਰੱਖੇ ਜਾਂਦੇ ਸਨ, ਉੱਥੇ ਫੌਜੀ ਰਹਿੰਦੇ ਸਨ ਅਤੇ ਹਰ ਪ੍ਰਕਾਰ ਦੀ ਟ੍ਰੇਨਿੰਗ ਦਿੱਤੀ ਜਾਂਦੀ ਸੀ, ਹਥਿਆਰ ਤਿਆਰ ਕੀਤੇ ਜਾਂਦੇ ਸਨ। ਇਸ ਪ੍ਰਕਾਰ ਉਹਨਾਂ ਨੇ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇੱਕ ਵਾਰੀ ਕੁਝ ਸਾਧੂ ਆ ਗਏ ਉਹਨਾਂ ਕੋਲ, ਉਹਨੇ ਦੇਖਿਆ ਵੀ ਤੇ ਹਥਿਆਰ ਰੱਖੀ ਬੈਠੇ ਨੇ। ਕਹੇ ਜੀ ਤੁਸੀਂ ਤੇ ਪੀਰ ਹੋ, ਤੁਸੀਂ ਤੇ ਫਕੀਰ ਹੋ, ਤੁਸੀਂ ਕਿਉਂ ਹਥਿਆਰ ਰੱਖੇ ਨੇ? ਕਹਿੰਦੇ ਮੇਰੀ ਗੱਲ ਸੁਣੋ, ਜਦੋਂ ਭਾਰਤ ਪਹਿਲੀ ਵਾਰ ਗੁਲਾਮ ਹੋਇਆ, ਤੁਸੀਂ ਕਰੋੜਾਂ ਹਿੰਦੂ ਸੀ ਭਾਰਤ ਵਿੱਚ, ਹਿੰਦੁਸਤਾਨ, ਉਹ ਕੁਝ ਹਜ਼ਾਰ ਲੋਕ ਆਏ ਔਰ ਤੁਹਾਨੂੰ ਹੌਲੀ ਹੌਲੀ ਉਹਨਾਂ ਨੇ ਗੁਲਾਮ ਕਰ ਲਿਆ। ਕਿਉਂ ਕਰ ਲਿਆ? ਤੁਹਾਡੇ ਦੋ ਨੁਕਸ ਸਨ। ਇੱਕ ਤਾਂ ਤੁਸੀਂ ਜਾਤਾਂ ਪਾਤਾਂ 'ਚ ਵੱਡੇ ਹੋਏ ਸੀ, ਇੱਕ ਦੂਜੇ ਦੀ ਸਹਾਇਤਾ ਨਹੀਂ ਸੀ ਕਰਦੇ। ਦੂਸਰਾ, ਤੁਸੀਂ ਹਥਿਆਰਬੰਦ ਨਹੀਂ ਸੀ, ਇਸ ਲਈ ਉਹਨਾਂ ਨੇ ਤੁਹਾਨੂੰ ਗੁਲਾਮ ਬਣਾ ਲਿਆ। ਉਹ ਤੁਹਾਡੇ ਤੋਂ ਤਗੜੇ ਹੋਣ ਕਰਕੇ ਹਥਿਆਰਾਂ ਕਾਰਨ ਉਹਨਾਂ ਨੇ ਤੁਹਾਨੂੰ ਡਰਾ ਲਿਆ ਬਈ ਜਾਂ ਮੁਸਲਮਾਨ ਬਣ ਜਾਓ, ਨਹੀਂ ਸੀ ਤੁਹਾਨੂੰ ਮਾਰ ਦਾਂਗੇ। ਅਤੇ ਤੁਹਾਡੇ ਕੋਲ ਆਪਣੇ ਬਚਾਅ ਲਈ ਕੁਛ ਨਹੀਂ ਸੀ, ਇਸ ਲਈ ਤੁਸੀਂ ਧੜਾਧੜ ਮੁਸਲਮਾਨ ਹੋਣ ਲੱਗ ਪਏ। ਅਸੀਂ ਹਥਿਆਰ ਇਸ ਲਈ ਰੱਖੇ ਨੇ ਕਿ ਸਾਨੂੰ ਕੋਈ ਡਰਾ ਧਮਕਾ ਕੇ ਆਪਣੇ ਅਧੀਨ ਨਾ ਕਰ ਸਕੇ, ਸਾਡਾ ਕੋਈ ਧਰਮ ਨਾ ਬਦਲ ਸਕੇ, ਸਾਨੂੰ ਕੋਈ ਗੁਲਾਮ ਨਾ ਕਰ ਸਕੇ। ਅਸੀਂ ਇਸ ਲਈ ਹਥਿਆਰ ਰੱਖੇ ਨੇ। ਚਲੋ ਉਹਨਾਂ ਦੀ ਤਸੱਲੀ ਹੋ ਗਈ ਵੀ ਗੱਲ ਤਾਂ ਇਹਨਾਂ ਦੀ ਠੀਕ ਹੈ। ਜਦੋਂ ਸੈਨਿਕ ਹੋ ਗਏ, ਘੋੜੇ ਹੋ ਗਏ, ਬਹੁਤ ਸਾਰੇ ਸਿੱਖ ਸ਼ਸਤਰਬੱਧ ਹੋ ਗਏ, ਤਾਂ ਪ੍ਰਿਥੀ ਚੰਦ ਦਾ ਪੁੱਤਰ ਮਿਹਰਬਾਨ ਅਤੇ ਚੰਦੂ, ਇਹਨਾਂ ਦੋਨਾਂ ਨੇ ਲਾਹੌਰ ਦੇ ਸੂਬੇਦਾਰ ਕਾਸਮ ਬੇਗ ਨੂੰ ਜਾ ਕੇ ਕਿਹਾ ਕਿ ਉਹ ਤਾਂ ਵਿਰੋਧੀ ਸਨ ਗੁਰੂ ਘਰ ਦੇ, ਬਈ ਗੁਰੂ ਮਹਾਰਾਜ ਆਪਣੇ ਬਾਪ ਦਾ ਬਦਲਾ ਲੈਣ ਲਈ ਫੌਜ ਇਕੱਠੀ ਕਰ, ਅਜਿਹਾ ਨਾ ਹੋਵੇ ਕਿ ਤੁਹਾਡੇ ਤੋਂ ਰਾਜ ਹੀ ਖੋਹ ਲੈਣ, ਇਸ ਲਈ ਤੁਸੀਂ ਵੇਲੇ ਸਿਰ ਕੋਈ ਪ੍ਰਬੰਧ ਕਰੋ।
ਲਾਹੌਰ ਦਾ ਸੂਬੇਦਾਰ ਕਾਸਮ ਬੇਗ ਦਿੱਲੀ ਗਿਆ ਹੈ। ਉਦੋਂ ਜਹਾਂਗੀਰ ਰਾਜਾ ਹੁੰਦਾ ਸੀ। ਉਹਦੇ ਜਾ ਕੇ ਕੰਨ ਭਰੇ ਵੀ ਜਿਹੜਾ ਹੈ ਗੁਰੂ ਮਹਾਰਾਜ ਸਿੱਖਾਂ ਨੂੰ ਲਾਮਬੰਦ ਕਰ ਰਹੇ ਹਨ, ਉਹਨਾਂ ਨੇ ਆਪਣੇ ਬਾਪ ਦੀ ਸ਼ਹੀਦੀ ਦਾ ਬਦਲਾ ਲੈਣਾ ਹੈ, ਅਤੇ ਅਜਿਹਾ ਨਾ ਹੋਵੇ ਕਿ ਉਹ ਲਾਹੌਰ ਦੇ ਸੂਬੇਦਾਰ ਤੋਂ ਰਾਜ ਹੀ ਖੋਹ ਲੈਣ। ਜਹਾਂਗੀਰ ਨੇ ਸੁਨੇਹਾ ਭੇਜਿਆ 6ਵੇਂ ਪਾਤਸ਼ਾਹ ਨੂੰ ਕਿ ਤੁਸੀਂ ਮੈਨੂੰ ਆ ਕੇ ਦਿੱਲੀ ਮਿਲੋ। 6ਵੇਂ ਪਾਤਸ਼ਾਹ ਦਿੱਲੀ ਚਲੇ ਗਏ। ਆਪਸ 'ਚ ਗੱਲਬਾਤ ਹੋਈ ਹੈ। ਮੈਂ ਕਈ ਵਾਰੀ ਕਿਹਾ ਕਰਦਾ ਵੀ ਜਿਹੜੇ ਰਾਜੇ ਹੁੰਦੇ ਨਾ, ਇਹ ਸਿਆਣੇ ਭਾਵੇਂ ਨਾ ਹੁਣ ਚਲਾਕ ਜ਼ਰੂਰ ਹੁੰਦੇ ਨੇ। ਜਹਾਂਗੀਰ ਨੇ ਸੋਚਿਆ ਬਈ ਜੇ ਗੁਰੂ ਮਹਾਰਾਜ ਪੰਜਾਬ 'ਚ ਰਹੇ, ਇਹ ਕੌਮ ਨੂੰ ਇਕੱਠਿਆਂ ਕਰਨਗੇ। ਮੈਂ ਚੱਲਿਆ ਦੱਖਣੀ ਭਾਰਤ ਨੂੰ, ਕਿਉਂ ਨਾ ਮੈਨੂੰ ਨਾਲ ਹੀ ਲੈ ਜਾ। ਨਾ ਇਹ ਪੰਜਾਬ 'ਚ ਰਹਿਣਗੇ ਅਤੇ ਨਾ ਇਹ ਇਕੱਠਿਆਂ ਕਰ ਸਕਣਗੇ, ਕਿਉਂਕਿ ਲੀਡਰ ਤਾਂ ਜ਼ਰੂਰੀ ਚਾਹੀਦਾ ਨਾ। ਮਗਰ ਲੱਗਣ ਵਾਲੇ ਮੈਂ ਦੇਖਿਆ ਬਹੁਤ ਲੋਕ ਹੁੰਦੇ ਨੇ, ਅੱਗੇ ਲੱਗਣ ਵਾਲਾ ਕੋਈ ਹੁੰਦਾ। ਕਿਸੇ ਵੀ ਪਾਰਟੀ ਨੂੰ, ਕਿਸੇ ਵੀ ਕੌਮ ਨੂੰ ਅਗਰ ਬਹੁਤ ਵਧੀਆ ਅਤੇ ਸਿਆਣਾ ਲੀਡਰ ਮਿਲ ਜਾਏ ਨਾ, ਉਹ ਤਰੱਕੀ ਕਰ ਜਾ ਕਰਦੇ। ਉਹਨੇ ਕਿਹਾ ਵੀ ਸਿੱਖ ਕੌਮ ਦਾ ਲੀਡਰ ਜਿਹੜਾ 6ਵੇਂ ਪਾਤਸ਼ਾਹ, ਇਹਨੂੰ ਮੈਂ ਨਾਲ ਹੀ ਦੱਖਣੀ ਭਾਰਤ ਲੈ ਜਾਂਦਾ ਤਾਂ ਜੋ ਮਗਰੋਂ ਕੁਛ ਹੋ ਹੀ ਨਾ ਸਕੇ। ਕਹਿੰਦੇ ਜੀ ਵੀ ਮੈਂ ਚੱਲਿਆ ਦੱਖਣੀ ਭਾਰਤ ਨੂੰ, ਮੇਰੀ ਬੇਨਤੀ ਤੁਸੀਂ ਵੀ ਮੇਰੇ ਨਾਲ ਹੀ ਚੱਲੋ। ਗੁਰੂ ਮਹਾਰਾਜ ਚੱਲ ਪਏ। ਚੱਲਦੇ ਚਲੋ। ਜਹਾਂਗੀਰ ਵੀ ਜਾ ਰਿਹਾ, ਉਹਦੇ ਨਾਲ ਫੌਜ ਵੀ ਜਾ ਰਹੀ ਹੈ। ਗੁਰੂ ਮਹਾਰਾਜ ਤੇ ਨਾਲ ਕੋਈ ਸਿੱਖ ਜਾ ਰਹੇ ਨੇ। ਰਾਹ ਦਿੱਲੀ ਦੇ ਉਰਲੇ ਪਾਸੇ ਜਮਨਾ ਕੰਢੀ ਦੇ ਕੰਢੇ 'ਤੇ ਮਜਨੂ ਦਾ ਟਿੱਲਾ ਆ ਗਿਆ। ਗੁਰੂ ਮਹਾਰਾਜ ਜਹਾਂਗੀਰ ਨੂੰ ਕਹਿੰਦੇ ਤੁਸੀਂ ਤਾਂ ਦਿੱਲੀ ਚੱਲੋ, ਮੈਂ ਫਿਰ ਆਉਣਾ 1-2 ਦਿਨ ਠਹਿਰ ਕੇ, ਮੈਂ ਇੱਥੇ ਸੰਗਤ ਨੂੰ ਮਿਲਣਾ। ਕਹਿੰਦੇ ਕੋਈ ਗੱਲ ਨਹੀਂ, ਮਿਲ ਲਓ, ਉੱਥੇ ਰਲ ਜਾਓ ਸਾਡੇ ਨਾਲ। ਕਈ ਵਾਰੀ ਮੈਂ ਸੋਚਦਾ ਭਈ ਹਾਲਾਂਕਿ ਜਹਾਂਗੀਰ ਨੂੰ ਪਤਾ ਸੀ ਵੀ ਇਹ 2 ਤਲਵਾਰਾਂ ਪਹਿਨੀਆਂ ਹੋਈਆਂ ਨੇ, ਇਹ ਸ਼ਸਤਰਬੱਧ ਨੇ, ਇਹ ਕਿਸੇ ਵੇਲੇ ਮੌਕਾ ਪਾ ਕੇ ਮੈਨੂੰ ਕਤਲ ਵੀ ਕਰ ਸਕਦੇ ਨੇ, ਪਰ ਉਹਨੂੰ ਵਿਸ਼ਵਾਸ ਸੀ ਕਿ ਧਾਰਮਿਕ ਬੰਦੇ ਨੇ, ਇਹ ਅਜਿਹਾ ਨਹੀਂ ਕਰਨਗੇ। ਇਸ ਲਈ ਅੱਜ ਤੁਸੀਂ ਕਿਸੇ ਪੋਲੀਟੀਕਲ ਬੰਦੇ ਨੂੰ ਮਿਲਣ ਜਾਓ, ਵੱਡੇ ਨੂੰ, ਪ੍ਰਧਾਨ ਮੰਤਰੀ ਜਾਂ ਹੋਰ ਨੂੰ, ਅਗਲਾ 10 ਵਾਰੀ ਤੁਹਾਨੂੰ ਰਾਹ 'ਚ ਚੈੱਕ ਕਰਨਗੇ ਵੀ ਤੁਹਾਡੇ ਕੋਲ ਕੁਛ ਹੈ ਤਾਂ ਨਹੀਂ, ਉਹ ਤਾਂ ਬਾਹਰ ਹੀ ਧਰ ਕੇ ਜਾਓ ਜੀ। ਪਰ ਨਹੀਂ, ਮੈਂ ਦੇਖਿਆ ਨਾਲ ਹੀ ਜਾ ਰਹੇ ਨੇ, ਨਾਲ ਹੀ ਜਾ ਰਹੇ ਨੇ। ਮਜਨੂ ਦੇ ਟਿੱਲੇ ਦੇ ਠਹਿਰੇ। ਸਿੱਖਾਂ ਨੂੰ ਪਤਾ ਲੱਗਿਆ, ਸਿੱਖ ਮਿਲਣ ਗਿਲਣ ਆ ਗਏ। ਜਿਹੜਾ ਦਿੱਲੀ ਦਾ ਵੱਡਾ ਪੀਰ ਸਿਕੰਦਰ ਸ਼ਾਹ ਸੀ, ਉਹ ਵੀ ਮਿਲਣ ਆ ਗਿਆ ਹੈ। ਉਹ ਕੁਦਰਤੀ ਅਜੇ ਸਾਰੇ ਬੈਠੇ। ਗੁਰੂ ਮਹਾਰਾਜ ਕਹਿੰਦੇ ਬਈ ਦੇਗ ਤਿਆਰ ਕਰੋ। ਅੱਜ ਦਾ ਲੰਗਰ ਜਿਹੜਾ ਕੜਾਹ ਪ੍ਰਸ਼ਾਦ ਛਕਾਵਾਂਗੇ ਸੰਗਤ। ਚਲੋ ਦੇਗ ਤਿਆਰ ਹੋ ਕੇ ਆ ਗਈ ਹੈ। ਗੁਰੂ ਮਹਾਰਾਜ ਪ੍ਰਵਚਨ ਕਰ ਰਹੇ ਨੇ। ਅਚਾਨਕ ਜਮਨਾ ਨਦੀ ਦੇ ਵਿੱਚ ਬਹੁਤ ਜ਼ੋਰ ਦੀ ਗੜਗੜ ਦੀ ਆਵਾਜ਼ ਆਈ। ਸਾਰੇ ਉੱਧਰ ਵੇਖਣ ਲੱਗ ਪਏ। ਕੀ ਦੇਖਦੇ ਨੇ? ਪਾਣੀ ਦੇ ਵਿੱਚੋਂ ਇੱਕ ਬੀਬੀ ਨਿਕਲੀ ਹੈ ਜਿਹਦੇ ਕੱਪੜੇ ਦੇਵੀਆਂ ਵਰਗੇ ਸਨ। ਦੇਵੀ। ਉਹ ਕੀ ਦੇਖਦੇ ਨੇ? ਪਾਣੀ ਦੇ ਉੱਤੇ ਆਰਾਮ ਨਾਲ ਤੁਰਦੀ ਆ ਰਹੀ ਹੈ। ਕੰਢੇ 'ਤੇ ਆ ਕੇ ਗੁਰੂ ਮਹਾਰਾਜ ਕੋਲ ਆ ਗਈ ਹੈ। ਗੁਰੂ ਮਹਾਰਾਜ ਨੂੰ ਮੱਥਾ ਟੇਕਿਆ। ਗੁਰੂ ਮਹਾਰਾਜ ਨੇ ਉਹਨਾਂ ਨੂੰ ਦੇਗ ਦਿੱਤੀ ਅਤੇ ਉਹ ਦੇਗ ਲੈ ਕੇ ਮੱਥਾ ਟੇਕ ਕੇ ਵਾਪਸ ਨਦੀ ਚਲੀ ਗਈ। ਫਿਰ ਗੜਗੜ ਦੀ ਆਵਾਜ਼ ਆਈ ਹੈ ਅਤੇ ਉਹ ਪਾਣੀ 'ਚ ਲੋਪ ਹੋ ਗਈ। ਸਾਰੇ ਹੈਰਾਨ ਨੇ, ਪੁੱਛਦੇ ਨੇ ਵੀ ਮਹਾਰਾਜ ਜੀ ਇਹ ਕੌਣ ਸੀ? ਗੁਰੂ ਮਹਾਰਾਜ ਕਹਿੰਦੇ ਵੀ ਜੋ ਸਾਡੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਹਰਿਮੰਦਰ ਸਾਹਿਬ ਬਣਵਾ ਰਹੇ ਸਨ। ਇਹ ਕਾਬਲ ਦੀ ਬੀਬੀ ਸੀ। ਆਤਮਿਕ ਅਵਸਥਾ ਉੱਚੀ ਹੋਣ ਕਰਕੇ ਇਹਦੇ ਕੋਲ ਸਿੱਧੀਆਂ ਸਨ। ਉਹ ਆਤਮਿਕ ਸ਼ਕਤੀ ਦੇ ਨਾਲ
ਇਹ ਕਾਬਲ ਤੋਂ ਆਇਆ ਕਰਦੀ ਸੀ ਰੋਜ਼ ਸਵੇਰੇ, ਸਾਰਾ ਦਿਨ ਸੇਵਾ ਕਰਦੀ ਰਹਿੰਦੀ ਸੀ ਅਤੇ ਸ਼ਾਮ ਨੂੰ ਆਤਮਿਕ ਸ਼ਕਤੀ ਨਾਲ ਹੀ ਵਾਪਸ ਕਾਬਲ ਚਲੇ ਜਾਇਆ ਕਰਦੀ ਸੀ। ਜਦੋਂ ਇਹਨੇ ਸਰੀਰ ਤਿਆਗਿਆ ਅਤੇ ਦੇਵ ਲੋਕ ਵਿੱਚ ਚਲੀ ਗਈ। ਉੱਥੋਂ ਫਿਰ ਅੱਜ ਇਹ ਸਾਨੂੰ ਮਿਲਣ ਆਈ ਸੀ ਅਤੇ ਦੇਗ ਲੈਣ ਆਈ ਸੀ। ਇਹ ਸਾਨੂੰ ਮਿਲ ਕੇ ਦੇਗ ਲੈ ਕੇ ਵਾਪਸ ਆਪਣੇ ਦੇਵ ਲੋਕ ਚਲੀ ਗਈ ਹੈ। ਸੋ ਗੁਰੂ ਮਹਾਰਾਜ ਜਹਾਂਗੀਰ ਨੂੰ ਮਿਲੇ ਦਿੱਲੀ, ਵਿਚਾਰ ਵਟਾਂਦਰਾ ਸਾਰਾ ਹੋਇਆ ਹੈ। ਚਲੋ ਜਹਾਂਗੀਰ ਨੂੰ ਇਹ ਨਹੀਂ ਸੀ ਕਿ ਮੈਨੂੰ ਕੋਈ ਖਤਰਾ ਹੈ, ਪਰ ਉਹ ਮੈਂ ਤੁਹਾਨੂੰ ਦੱਸਿਆ ਪਹਿਲਾਂ ਕਿ ਉਹਦੀ ਇੱਛਾ ਸੀ ਮੈਂ ਇਹਨਾਂ ਨੂੰ ਦੂਰ ਲੈ ਜਾ ਪੰਜਾਬ ਤੋਂ, ਵੀ ਤਾਂ ਜੋ ਅਗਵਾਈ ਕਰਨ ਵਾਲਾ ਕੌਮ ਦੀ ਕੋਈ ਰਹੀ ਨਾ। ਜਾ ਰਹੇ ਨੇ ਜਹਾਂਗੀਰ ਵੀ ਅਤੇ ਗੁਰੂ ਮਹਾਰਾਜ ਵੀ ਆਗਰੇ ਨੂੰ ਜਾ ਰਹੇ ਨੇ। ਹੁਣ ਜੰਗਲ ਸਾਰਾ ਅੱਜ ਦੀ ਤਰ੍ਹਾਂ ਸੜਕਾਂ ਨਹੀਂ ਸਨ ਹੁੰਦੀਆਂ, ਪਗਡੰਡੀਆਂ ਹੁੰਦੀਆਂ ਸਨ। ਸਾਹਮਣੇ ਬੱਬਰ ਸ਼ੇਰ ਆ ਕੇ ਖਲੋ ਗਿਆ ਹੈ। ਗੁਰੂ ਮਹਾਰਾਜ ਕਹਿੰਦੇ ਜਹਾਂਗੀਰ ਨੂੰ, ਕਹਿੰਦੇ ਵੀ ਇਹਨੂੰ ਮਾਰੋ, ਸ਼ੇਰ ਸਾਹਮਣੇ ਆ ਗਿਆ ਹੈ। ਗੁਰੂ ਮਹਾਰਾਜ ਕਹਿੰਦੇ ਦੇਖੋ ਜੀ, ਇਹ ਤਾਂ ਬਹੁਤ ਤਗੜਾ ਹੈ, ਮੈਂ ਤਾਂ ਕਦੇ ਐਡਾ ਵੱਡਾ ਸ਼ੇਰ ਮਾਰਿਆ ਹੀ ਨਹੀਂ, ਵੀ ਤੁਸੀਂ ਮਾਰੋ। ਉਹਦਾ ਮਤਲਬ ਸੀ ਬਈ ਜੇ ਗੁਰੂ ਮਹਾਰਾਜ ਸ਼ੇਰ ਨੂੰ ਮਾਰ ਨਾ ਸਕੇ ਤਾਂ ਸ਼ੇਰ ਇਹਨਾਂ ਨੂੰ ਮਾਰ ਦੇਗਾ, ਮੇਰਾ ਕੰਮ ਨਿਬੜ ਗਿਆ, ਮੇਰਾ ਕੰਮ ਨਿਬੜ ਗਿਆ। ਅਤੇ ਜੇ ਇਹਨਾਂ ਨੇ ਮਾਰਤਾ ਤਾਂ ਫਿਰ ਮੈਨੂੰ ਇਹਨਾਂ ਦੀ ਸ਼ਕਤੀ ਦਾ ਪਤਾ ਲੱਗ ਜਾਏਗਾ ਵੀ ਕਿੰਨਾ ਬਾਹੂਬਲ ਇਹਨਾਂ 'ਚ। ਗੁਰੂ ਮਹਾਰਾਜ ਨੇ ਸ਼ੇਰ ਮਾਰਤਾ। ਜਦੋਂ ਸ਼ੇਰ ਮਰਿਆ ਉਹਦੇ ਵਿੱਚੋਂ ਧੂੰਆਂ ਨਿਕਲਿਆ ਉੱਪਰ ਨੂੰ, ਆਕਾਸ਼ ਨੂੰ। ਜਹਾਂਗੀਰ ਪੁੱਛਦਾ ਵੀ ਇਹ ਧੂੰਆਂ ਕਿਉਂ ਨਿਕਲਿਆ, ਵੀ ਕਦੇ ਇਸ ਤਰ੍ਹਾਂ ਹੋਇਆ ਤਾਂ ਹੈ ਨਹੀਂ। ਗੁਰੂ ਮਹਾਰਾਜ ਕਹਿੰਦੇ ਵੀ ਜਹਾਂਗੀਰ ਇਹ ਤੇਰਾ ਚਾਚਾ ਹੈ। ਕਹਿੰਦੇ ਸ਼ੇਰ ਕਿਵੇਂ ਬਣ ਗਿਆ? ਕਹਿੰਦੇ ਜਦੋਂ ਤੇਰਾ ਬਾਪ ਅਕਬਰ ਅਤੇ ਤੇਰਾ ਚਾਚਾ ਗੋਇੰਦਵਾਲ ਸਾਹਿਬ ਆਏ ਤਾਂ ਅਕਬਰ ਦੀ ਇੱਛਾ ਹੋਈ ਮੈਂ ਤੀਸਰੇ ਪਾਤਸ਼ਾਹ ਨੂੰ ਮਿਲ ਚੱਲਾਂ। ਉਹ ਕਹਿੰਦੇ ਆਪਣੇ ਭਰਾ ਤੇਰੇ ਚਾਚੇ ਨੂੰ ਕਹਿੰਦੇ ਆ ਵੀ ਆਪਾਂ ਗੁਰੂ ਮਹਾਰਾਜ ਮਿਲ ਆਏ। ਕਹਿੰਦੇ ਤੁਹਾਡਾ ਕੀ ਹੈ, ਸਾਧਾ ਕੋਲੇ ਫਿਰੀ ਜਾਂਦੇ ਹੋ, ਤੁਸੀਂ ਰਾਜੇ ਹੋ, ਤੁਸੀਂ ਸਾਧਾ ਤੋਂ ਕੀ ਲੈਣਾ ਹੈ? ਕਹਿੰਦੇ ਅਬਾ ਤਬਾ ਬੋਲੀ ਗਿਆ ਸੀ, ਗਿਆ ਨਹੀਂ ਸੀ। ਤੇਰਾ ਪਿਤਾ ਗੁਰੂ ਮਹਾਰਾਜ ਗਿਆ, ਲੰਗਰ ਪਾਣੀ ਛਕਿਆ, ਵਿਚਾਰ ਵਟਾਂਦਰਾ ਕੀਤਾ ਉਸਨੇ। ਇਹ ਮਰ ਕੇ ਫਿਰ ਉਦੋਂ ਦਾ ਸ਼ੇਰ ਬਣਿਆ ਹੋਇਆ ਹੈ। ਇਹਨੇ ਸਾਨੂੰ ਪਹਿਚਾਣ ਲਿਆ ਤਾਂ ਇਹ ਸਾਹਮਣੇ ਆ ਖਲੋਤਾ ਵੀ ਮੈਨੂੰ ਮੁਕਤ ਕਰੋ। ਹੁਣ ਇਹਨੂੰ ਅਸੀਂ ਇਸ ਜੂਨੀ 'ਚ ਮੁਕਤ ਕਰ ਦਿੱਤਾ ਹੈ। ਇਹ ਤਾਂ ਵਿੱਚੋਂ ਨਿਕਲੀ ਸੀ ਉਧਰ, ਤਾਂ ਉਹਨੂੰ ਹੋ ਗਿਆ ਵੀ ਵਾਕਈ ਤਾਕਤ ਬਹੁਤ ਹੈ ਛੇਵੇਂ ਪਾਤਸ਼ਾਹ ਸਨ। ਜਾਂਦੇ ਜਾਂਦੇ ਆਗਰੇ ਪਹੁੰਚ ਗਏ। ਗੁਰੂ ਮਹਾਰਾਜ ਆਪਣਾ ਟੈਂਟ ਲਾ ਲਿਆ, ਜਹਾਂਗੀਰ ਨੇ ਆਪਣਾ ਲਿਆ। ਠਹਿਰਾ ਕਰਨਾ ਸੀ ਜਿਵੇਂ ਰਾਤ ਪੈ ਰਹਿਣਾ। ਜਦੋਂ ਆਲੇ ਦੁਆਲੇ ਸਿੱਖਾਂ ਨੂੰ ਪਤਾ ਲੱਗੇ ਵੀ ਛੇਵੇਂ ਪਾਤਸ਼ਾਹ ਆਏ ਨੇ, ਅਗਲੇ ਦਿਨ ਸੰਗਤ ਆ ਗਈ ਦਰਸ਼ਨ ਦੀਦਾਰੇ ਕਰਨ। ਕਿਉਂ ਅੱਜ ਦੀ ਤਰ੍ਹਾਂ ਨਾ ਕੋਈ ਰੇਡੀਓ, ਨਾ ਕੋਈ TV, ਨਾ ਕੋਈ ਅਖਬਾਰ, ਲੋਕਾਂ ਨੂੰ ਦੂਰ ਦੂਰ ਪਤਾ ਹੀ ਨਹੀਂ ਸੀ ਲੱਗਦਾ ਵੀ ਹੁਣ ਕਿਹੜਾ ਗੁਰੂ ਹੋ ਗਿਆ, ਪਤਾ ਹੀ ਨਹੀਂ ਸੀ ਲੱਗਦਾ। ਕਿਉਂ ਆਵਾਜਾਈ ਦੇ ਸਾਧਨ ਨਾ ਹੋਣ ਕਰਕੇ ਕਈ ਵਾਰੀ ਕਈ ਸਾਲ ਗੁਰੂ ਨੂੰ ਮਿਲਣ ਨਹੀਂ ਸੀ ਆਉਂਦੇ ਸਿੱਖ। ਇਸ ਲਈ ਚਲੋ ਸਿੱਖਾਂ ਨੂੰ ਹੋ ਗਿਆ ਵੀ ਚਲੋ ਗੁਰੂ ਨਾਨਕ ਦੀ ਗੱਦੀ ਛੇਵੇਂ ਪਾਤਸ਼ਾਹ ਨੇ ਮਿਲੀਏ ਜਾ ਕੇ। ਜਿਹੜਾ ਆਗਰੇ ਦਾ ਵੱਡਾ ਕਾਜ਼ੀ ਸਰਾਰ ਦੀਨ ਸੀ, ਉਹਨੂੰ ਵੀ ਪਤਾ ਲੱਗਾ ਵੀ ਗੁਰੂ ਨਾਨਕ ਦੀ ਗੱਦੀ ਛੇਵੇਂ ਪਾਤਸ਼ਾਹ ਆਏ ਨੇ। ਉਹ ਵੀ ਮਿਲਣ ਆ ਗਏ, ਉਹ ਵੀ ਮਿਲਣ ਆ ਗਏ। ਗੁਰੂ ਮਹਾਰਾਜ ਸਤਿਕਾਰ ਕੀਤਾ, ਕੋਲ ਬਿਠਾਇਆ ਸਰਾਰ ਦੀਨ ਨੂੰ। ਆਪਣੇ ਆਪਣੇ ਧਰਮ ਦੀ ਮਰਿਆਦਾ ਹੁੰਦੀ ਹੈ। ਜਿਵੇਂ ਆਪਣੇ ਤੋਂ ਕੋਈ ਵੱਡਾ ਆ ਰਿਹਾ, ਸਤਿਕਾਰਯੋਗ ਕੋਈ ਬੰਦਾ ਆ ਰਿਹਾ, ਜੇ ਆਪਾਂ ਨੰਗੇ ਸਿਰ ਨਾ ਆਪਾਂ ਸਿਰ ਢੱਕ ਲੈਂਦੇ ਹਾਂ ਸਤਿਕਾਰ ਵਜੋਂ। ਹੁਣ ਗੁਰੂ ਮਹਾਰਾਜ ਦੇ ਦਰ 'ਤੇ ਵੀ ਉਹਨੇ ਸਿਰ ਢੱਕ ਕੇ ਉਹਨੇ ਕਹਿੰਦੇ। ਅੰਗਰੇਜ਼ ਜਦੋਂ ਸਤਿਕਾਰ ਕਰਦੇ ਆਪਣਾ ਟੋਪ ਲਾਹ ਲੈਂਦੇ ਨੇ, ਉਹ ਟੋਪ ਲਾਹ ਕੇ ਸਤਿਕਾਰ ਕਰਦੇ ਨੇ, ਅਸੀਂ ਸਿਰ ਢੱਕ ਕੇ ਕਰਦੇ ਹਾਂ। ਆਪਣੀ ਆਪਣੀ ਮਰਿਆਦਾ। ਉਹ ਬੈਠਾ ਕੀ ਦੇਖਦਾ ਵੀ ਜਿਹੜਾ ਵੀ ਸਿੱਖ ਹੁੰਦਾ ਹੈ ਗੁਰੂ ਮਹਾਰਾਜ ਦੇ ਚਰਨਾਂ 'ਤੇ ਮੱਥਾ ਟੇਕਦਾ ਹੈ, ਫਿਰ ਆਪਣੀ ਸੀਟ 'ਤੇ ਬੈਠ ਜਾਂਦਾ ਹੈ।
ਜਦੋਂ ਸਾਰੇ ਮੱਥਾ ਟੇਕ ਹਟੇ, ਸਰਾਰਦੀਨ ਕਾਜ਼ੀ ਗੁਰੂ ਮਹਾਰਾਜ ਨੂੰ ਪੁੱਛਦਾ ਵੀ ਇਹ ਸਿੱਖ ਤੁਹਾਡੇ ਚਰਨਾਂ 'ਤੇ ਮੱਥਾ ਕਿਉਂ ਟੇਕਦੇ ਹਨ? ਗੁਰੂ ਮਹਾਰਾਜ ਕਹਿੰਦੇ ਹੁਣੇ ਹੀ ਤੁਹਾਨੂੰ ਦੱਸ ਦਿਆਂ। ਇੱਕ ਸਿੱਖ ਨੂੰ ਕਹਿੰਦੇ ਵੀ ਸਾਡੀ ਮੋਹਰ ਲੈ ਕੇ ਆ, ਕਾਗਜ਼ ਲਿਆ, ਸਿਆਹੀ ਲਿਆ। ਉਹ ਜ਼ਮਾਨਾ ਫਾਰਸੀ ਦਾ ਸੀ, ਮੁਸਲਮਾਨਾਂ ਦਾ ਰਾਜ ਸੀ, ਰਾਜ ਭਾਸ਼ਾ ਫਾਰਸੀ ਸੀ, ਇਸ ਲਈ ਮੋਹਰਾਂ ਵੀ ਫਾਰਸੀ ਵਿੱਚ ਹੀ ਹੁੰਦੀਆਂ ਸਨ। ਇੱਥੋਂ ਤੱਕ ਕਿ ਮਹਾਰਾਜਾ ਰਣਜੀਤ ਸਿੰਘ ਵੇਲੇ ਵੀ ਮੋਹਰ ਫਾਰਸੀ 'ਚ ਹੋਇਆ ਕਰਦੀ ਸੀ। ਮੋਹਰ ਫਾਰਸੀ ਜੀ, ਜਿਨ੍ਹਾਂ ਕਦੇ ਮੋਹਰ ਵੇਖੀ ਹੈ ਉਹਨਾਂ ਨੂੰ ਪਤਾ ਹੋ ਗਿਆ ਅੱਖਰ ਪੁੱਠੇ ਹੁੰਦੇ ਨੇ। ਗੁਰੂ ਮਹਾਰਾਜ ਕਾਜ਼ੀ ਨੂੰ ਕਹਿੰਦੇ, ਕਾਜ਼ੀ ਜੀ ਇਹ ਮੋਹਰ ਪੜ੍ਹੋ। ਕਹਿੰਦੇ ਜੀ ਅੱਖਰ ਪੁੱਠੇ ਨੇ, ਠੀਕ ਨਹੀਂ ਪੜ੍ਹ ਹੁੰਦੇ। ਇੱਕ ਸਿੱਖ ਨੂੰ ਕਹਿੰਦੇ ਭਾਈ ਮੋਹਰ ਨਾ ਕਾਗਜ਼ 'ਤੇ ਲਾ ਦੇ। ਜਦੋਂ ਮੋਹਰ ਕਾਗਜ਼ 'ਤੇ ਲਾਈ, ਅੱਖਰ ਹੋ ਗਏ ਸਿੱਧੇ। ਗੁਰੂ ਮਹਾਰਾਜ ਕਹਿੰਦੇ ਕਾਜ਼ੀ ਜੀ ਹੁਣ ਪੜ੍ਹੋ, ਅਤੇ ਉਹਨੇ ਬੜਾ ਆਰਾਮ ਨਾਲ ਪੜ੍ਹਤਾ ਪਿਆ ਲਿਖਿਆ। ਗੁਰੂ ਮਹਾਰਾਜ ਕਹਿੰਦੇ ਕਾਜ਼ੀ ਜੀ ਜੇ ਕਿਸੇ ਸਿੱਖ ਦੇ ਪਿਛਲੇ ਜਨਮਾਂ 'ਚ ਮਾੜੇ ਕਰਮ ਕੀਤੇ ਹੋਣ, ਉਹਦੇ ਮੱਥੇ 'ਤੇ ਮਾੜੇ ਲੇਖ ਲਿਖੇ ਗਏ ਹੋਣ, ਜਦੋਂ ਉਹ ਗੁਰੂ ਦੇ ਚਰਨਾਂ 'ਤੇ ਮੱਥਾ ਟੇਕਦਾ ਉਹਦੇ ਲੇਖ ਪੁੱਠੇ ਤੋਂ ਸਿੱਧੇ ਹੋ ਜਾਂਦੇ ਨੇ। ਇਸ ਲਈ ਇਹ ਮੱਥਾ ਟੇਕਦੇ। ਆਪਾਂ ਇਸੇ ਲਈ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ ਵੀ ਜਿਹੜੀ ਸਾਡੀ ਬਦਕਿਸਮਤੀ ਹੈ ਉਹ ਖੁਸ਼ਕਿਸਮਤੀ ਵਿੱਚ ਬਦਲ ਜਾਵੇ। ਹੁਣ ਤੁਸੀਂ ਵਿਚਾਰ ਕਰ ਸਕਦੇ ਹੋ ਤੁਹਾਡੇ 'ਚ ਕੋਈ ਵੀ ਜਦੋਂ ਗੁਰੂ ਮਹਾਰਾਜ ਸਰੀਰ ਰੂਪ ਸਨ ਉਦੋਂ ਤੇ ਉਹਨਾਂ ਦੇ ਚਰਨ ਸਨ ਅਤੇ ਸਿੱਖ ਚਰਨਾਂ 'ਤੇ ਮੱਥਾ ਟੇਕਦੇ ਸਨ। ਹੁਣ ਤਾਂ ਸਾਡਾ ਗੁਰੂ ਗ੍ਰੰਥ ਸਾਹਿਬ ਹੈ, ਇਹਦੇ ਤਾਂ ਚਰਨ ਕੋਈ ਨਹੀਂ। ਹੁਣ ਅਸੀਂ ਚਰਨਾਂ 'ਤੇ ਕਿਵੇਂ ਮੱਥਾ ਟੇਕੀਏ? ਹੁਣ ਕਿ ਮੱਥਾ ਟੇਕ ਚਰਨ 'ਤੇ ਹੈ ਨਹੀਂ। ਆਪ ਜੀ ਨੂੰ ਬੇਨਤੀ ਹੈ, ਜੇ ਮੈਂ ਕਹਾਂ ਅਗਰ ਤੁਸੀਂ ਸਾਲ 2 ਸਾਲ ਤਜਰਬਾ ਕਰੋ ਤਾਂ ਤੁਹਾਡੇ ਲਈ ਇੱਕ ਬੜਾ ਅਚੰਭੇ ਵਾਲੀ ਗੱਲ ਹੋ ਜਾਏਗੀ। ਜਦੋਂ ਤੁਸੀਂ ਮੱਥਾ ਟੇਕੋ ਤੁਸੀਂ ਇਹ ਸਮਝੋ ਮੇਰੇ ਅੱਗੇ 2 ਪੈਰ ਨੇ ਗੁਰੂ ਮਹਾਰਾਜ ਦੇ, ਮੈਂ ਉਹਨਾਂ ਦੇ ਚਰਨਾਂ 'ਤੇ ਮੱਥਾ ਟੇਕ ਰਿਹਾ ਹਾਂ। ਜੇ ਤਾਂ ਤੁਹਾਡੀ ਅਵਸਥਾ ਅੱਛੀ ਹੈ ਫਿਰ ਤਾਂ 1 ਸਾਲ ਦੇ ਵਿੱਚ ਹੀ ਤੁਸੀਂ ਜਦੋਂ ਮੱਥਾ ਟੇਕੋਗੇ ਤੁਹਾਨੂੰ ਚਰਨ ਦਿਸਣ ਲੱਗ ਜਾਣਗੇ, ਚਰਨ ਦਿਸਣ ਲੱਗ, ਅਤੇ ਫਿਰ ਤੁਹਾਨੂੰ ਹੋ ਜਾਏਗਾ ਕਿ ਵਾਕਈ ਮੱਥਾ ਕਿਤੇ ਵੀ ਟੇਕ ਲਓ ਉਹ ਗੁਰੂ ਮਹਾਰਾਜ ਦੇ ਚਰਨਾਂ 'ਤੇ ਹੀ ਟਿਕਦਾ। ਗੱਲ ਦੇ ਅੰਦਰ ਸ਼ਰਧਾ ਭਾਵਨਾ ਦੀ ਹੈ। ਇਹ ਨਹੀਂ ਸੋਚਣ ਮੈਂ ਤਾਂ ਧਰਤੀ 'ਤੇ ਮੱਥਾ ਟੇਕ ਰਿਹਾ, ਐਂ ਸਮਝਣਾ ਮੈਂ ਤਾਂ ਗੁਰੂ ਮਹਾਰਾਜ ਦੇ ਚਰਨਾਂ 'ਤੇ ਮੱਥਾ ਟੇਕ ਰਿਹਾ ਹਾਂ। ਹੌਲੀ ਹੌਲੀ ਆਲੇ ਦੁਆਲੇ ਦੀ ਸੰਗਤ ਨੂੰ ਪਤਾ ਲੱਗ ਗਿਆ ਗੁਰੂ ਮਹਾਰਾਜ ਆਏ ਨੇ। ਇੱਕ ਸਿੱਖ ਘਾਹ ਖੋਤ ਕੇ ਉਹ ਬਾਜ਼ਾਰ 'ਚ ਵੇਚਿਆ ਕਰਦਾ ਸੀ। ਜਦੋਂ ਉਹਨੂੰ ਪਤਾ ਲੱਗਾ ਵੀ ਸੱਚੇ ਪਾਤਸ਼ਾਹ, ਉਹ ਸਿੱਖ ਗੁਰੂ ਮਹਾਰਾਜ ਕੀ ਕਹਿੰਦੇ ਸੀ? ਸੱਚੇ ਪਾਤਸ਼ਾਹ, ਇਹ ਸੱਚੇ ਪਾਤਸ਼ਾਹ। ਉਹਨੇ ਸੋਚਿਆ ਵੀ ਗੁਰੂ ਮਹਾਰਾਜ ਮਿਲਣ ਜਾਣਾ, ਕੁਛ ਤੇ ਕੋਲ ਭੇਟਾ ਹੋਣੀ ਚਾਹੀਦੀ ਹੈ। ਸਿਆਣੇ ਕਹਿੰਦੇ ਕਿਸੇ ਸਾਧੂ ਨੂੰ ਮਿਲਣ ਜਾਈਏ, ਗੁਰੂ ਨੂੰ ਮਿਲਣ ਜਾਈਏ, ਕਦੇ ਖਾਲੀ ਹੱਥ ਨਹੀਂ ਜਾਈਦਾ। ਜੇ ਤੁਹਾਡੇ ਕੁਛ ਵੀ ਨਹੀਂ ਤਾਂ ਇੱਕ ਫੁੱਲ ਹੀ ਲੈ ਜਾਓ, ਫੁੱਲ ਹੀ ਭੇਟ ਕਰ ਦਿਓ। ਵੀ ਖਾਲੀ ਹੱਥ ਸਾਧੂ ਨੂੰ ਜਾਂ ਗੁਰੂ ਨੂੰ ਮਿਲਣ ਨਹੀਂ ਚਾਹੀਦਾ, ਕੁਛ ਨਾ ਕੁਛ ਭੇਟਾ ਲੈ ਕੇ ਜਾਈਦੀ ਹੈ। ਅੱਜ ਕੱਲ੍ਹ ਆਪਣੇ ਕੋਲ ਮਾਇਆ, ਕੋਈ ਜਿਹੋ ਜਿਹੀ ਕਿਸੇ ਦੀ ਆਰਥਿਕ ਹਾਲਤ ਹੁੰਦੀ ਹੈ, ਕਿਸੇ ਨੇ ਰੁਪਈਆ ਮੱਥਾ ਟੇਕਦਾ, ਕਿਸੇ ਨੇ 5, ਕਿਸੇ ਨੇ 10, ਜਿਹੋ ਜਿਹੀ ਕਿਸੇ ਦੀ ਅਵਸਥਾ ਹੁੰਦੀ ਹੈ ਉਹਦੇ ਅਨੁਸਾਰ ਹੀ ਟੇਕਣਾ ਹੁੰਦਾ। ਅਸੀਂ ਕਿਸੇ ਦੀ ਨਕਲ ਨਹੀਂ ਕਰਨੀ ਕਿ ਇਹਨੇ 100 ਟੇਕਿਆ ਮੈਂ ਵੀ ਟੇਕਿਆ। ਹੋ ਸਕਦਾ ਉਹ ਤਾਂ ਰੋਜ਼ ਦੀ 1000 ਆਮਦਨ ਹੋਵੇ, ਉਹ 100 ਟੇਕ ਸਕਦਾ, ਅਤੇ ਆਪਾਂ ਦਿਹਾੜੀ ਕਰਦੇ ਹੋਈਏ 100-200 ਕਮਾਉਂਦੇ ਹੋਈ, ਤਾਂ ਫਿਰ ਆਪਾਂ ਤਾਂ ਆਪਣੀ ਸਮਰੱਥਾ ਅਨੁਸਾਰ ਮੱਥਾ ਟੇਕਣਾ। ਗੁਰੂ ਮਹਾਰਾਜ ਤਾਂ ਸਿਰਫ ਦੇਖਦੇ ਨੇ ਕਿ ਜਿਸ ਪੈਸੇ ਦਾ ਮੱਥਾ ਟੇਕਿਆ ਕੀ ਇਹ 10 ਨੂੰ ਦੀ ਕਿਰਤ ਦਾ ਕਿ ਹਰਾਮ ਦੀ ਕਮਾਈ ਦਾ। ਜੇ ਹਰਾਮ ਦੀ ਕਮਾਈ ਦਾ ਤੁਸੀਂ 1 ਲੱਖ ਰੁਪਇਆ ਮੱਥਾ ਵੀ ਟੇਕਦੇ ਨੇ, ਗੁਰੂ ਮਹਾਰਾਜ ਤੁਹਾਡੇ ਪੈਸਿਆਂ ਵੱਲ ਵੇਖਣੇ ਨਹੀਂ। ਇਹ ਖਿਆਲ ਰੱਖਣਾ।
ਤੇ 10 ਦੀ ਕਿੱਤ ਦੇ ਵਿੱਚੋਂ 1 ਰੁਪਈਆ ਵੀ ਤੁਸੀਂ ਮੱਥਾ ਟੇਕੇ ਤਾਂ ਵੀ ਗੁਰੂ ਮਹਾਰਾਜ ਦੇਖਣੇ ਮੇਰੇ ਸਿੱਖ ਨੇ 1 ਰੁਪਏ ਮੈਨੂੰ ਮੱਥਾ ਟੇਕਿਆ। ਇਹ ਖਿਆਲ ਰੱਖਣਾ। ਸੰਤ ਈਸ਼ਰ ਸਿੰਘ ਮਹਾਰਾਜ ਬੈਠੇ, ਇੱਕ ਅਮੀਰ ਬੰਦਾ ਆਇਆ, ਉਹਨੇ ਉਸ ਜ਼ਮਾਨੇ ਸੰਤ ਈਸ਼ਰ ਸਿੰਘ ਮਹਾਰਾਜ ਨੇ 1970 ਦੇ ਸਰੀਰ ਤਿਆਗ ਦਿੱਤਾ ਸੀ। ਉਹ ਤੋਂ ਪਹਿਲਾਂ ਉਹਨੇ 10,000 ਮੱਥਾ ਟੇਕਿਆ। ਮਹਾਂਪੁਰਖਾਂ ਦੇ ਪੈਸੇ ਵੱਲ ਨਹੀਂ ਵੇਖਿਆ। ਇੱਕ ਮਾਈ ਗਰੀਬੜੀ ਆ, ਉਹਨੇ 1 ਰੁਪਈਆ ਮੱਥਾ ਟੇਕਿਆ। ਮਹਾਂਪੁਰਖਾਂ ਨੇ ਹੱਥ ਚੱਕ ਲਿਆ, ਕਦੇ ਇਸ ਪਾਸੇ ਲੈ ਕਦੇ ਦੂਜੇ ਪਾਸੇ ਕਰ ਦੇਣਾ। ਮਾਈ ਚਲੀ ਗਈ। ਉਹ ਜਿਹੜਾ ਅਮੀਰ ਸੀ ਕਹਿੰਦਾ ਮਹਾਰਾਜ ਜੀ ਮੈਂ 10,000 ਰੁਪਇਆ ਮੱਥਾ ਟੇਕਿਆ, ਤੁਸੀਂ ਮੇਰੇ ਪੈਸਿਆਂ ਵੱਲ ਵੇਖੇ ਹੀ ਨਹੀਂ, 1 ਰੁਪਈਏ ਵੱਲ ਤੁਸੀਂ ਵਾਰੀ ਵਾਰੀ ਵੇਖੀ ਜਾਂਦੇ। ਕਹਿੰਦੇ ਭਰਾਵਾ ਸੱਚ ਪੁੱਛਦੇ, ਇਹ ਤੇਰੀ ਹਰਾਮ ਦੀ ਕਮਾਈ ਹੈ। ਇਹ ਤੂੰ 10 ਦੀ ਕਿੱਤ 'ਚੋਂ 10,000 ਨਹੀਂ ਟੇਕਿਆ, ਇਹ ਤਾਂ ਤੇਰੀ ਹਰਾਮ ਦੀ ਕਮਾਈ ਹੈ, ਇਸ ਲਈ ਸਾਨੂੰ ਨਹੀਂ ਪਸੰਦ ਹੈ। ਵਾਪਸ ਲਿਜਾਣੇ ਬੜੀ ਬੜੀ ਖੁਸ਼ੀ ਨਾਲ ਲਿਜਾ ਸਕਦੇ ਤੂੰ, ਸਾਨੂੰ ਤੇ 10 ਦੀ ਕਿਰਤ ਪਿਆਰੀ ਹੈ। ਸੋ ਉਹ ਜਿਹੜਾ ਘਾਹੀ ਸੀ, ਪੁਰਾਣੇ ਜ਼ਮਾਨੇ ਸਨ, ਉਦੋਂ ਗੁਰੂ ਮਹਾਰਾਜ ਕੋਈ ਪੈਸਾ ਮੱਥਾ ਟੇਕਦਾ ਸੀ, ਕੋਈ 2 ਪੈਸੇ, ਕੋਈ ਆਨਾ, ਕੋਈ ਦੁਆਨੀ। ਅੱਜ ਦੀ ਤਰ੍ਹਾਂ 10-10 20-20 ਰੁਪਏ ਵਾਲੀ ਗੱਲ ਨਹੀਂ ਸੀ। 20 ਰੁਪਏ ਪਿੱਛੇ ਤਾਂ ਗੁਰੂ ਨਾਨਕ ਦੇ ਕਿੰਨੀਆਂ ਝਿੜਕਾਂ ਪਈਆਂ। ਉਦੋਂ ਕੀਮਤ ਸੀ ਨਾ 20 ਰੁਪਏ ਦੀ, ਵੀ ਤਾਂ ਹੀ। ਨਹੀਂ ਤਾਂ ਅੱਜ ਦੇ ਜਵਾਕ 20 ਰੁਪਏ ਸੁੱਟ ਰਹੇ, ਆਪਾਂ ਕੋਈ ਖਾਸ ਨਹੀਂ ਉਹਨੂੰ ਕਹਿੰਦੇ ਕੁਛ ਨਹੀਂ। ਪੈਸੇ ਕੀਮਤ। ਉਹਨੇ ਇੱਕ ਪੰਡ ਘਾਹ ਦੀ ਵੱਢੀ, ਸਾਫ਼ ਕੀਤੀ, ਬਾਜ਼ਾਰ 'ਚ ਉਹਨੂੰ 2 ਪੈਸੇ ਦੀ ਵੇਚ ਕੇ ਆਇਆ। ਉਹਨੇ ਕਿਹਾ ਬਈ ਚਲੋ ਗੁਰੂ ਮਹਾਰਾਜ ਕੋਲੇ ਘੋੜੇ ਵੀ ਨੇ, ਮੈਂ ਗੁਰੂ ਮਹਾਰਾਜ ਦੇ ਘੋੜਿਆਂ ਲਈ ਵੀ ਇੱਕ ਪੰਡ ਘਰ ਆ ਜਾਣਾ। ਇੱਕ ਪੰਡ ਉਹਨੇ ਹੋਰ ਵੱਡੀ, ਸਾਫ਼ ਸੁਫ ਕੀਤੀ, ਬੜੇ ਪਿਆਰ ਨਾਲ ਪੰਡ ਬੰਨੀ ਹੈ, 2 ਪੈਸੇ ਹੱਥ 'ਚ ਲਏ ਨੇ ਤੇ ਆ ਗਿਆ। ਪਹਿਲਾ ਟੈਂਟ ਆ ਗਿਆ ਹੈ ਜਹਾਂਗੀਰ ਦਾ। ਉਹ ਜਿਹੜਾ ਪਹਿਰੇਦਾਰ, ਉਹਨੇ ਸਿੱਖ ਨੇ 6ਵੇਂ ਪਾਤਸ਼ਾਹ ਦੇ ਦਰਸ਼ਨ ਹੀ ਨਹੀਂ ਸਨ ਕੀਤੇ। ਜਿਹੜਾ ਪਹਿਰੇਦਾਰ ਖੜਾ ਸੀ ਜਹਾਂਗੀਰ ਦੇ ਟੈਂਟ ਅੱਗੇ, ਉਹਨੂੰ ਪੁੱਛਦਾ ਮੈਂ ਸੱਚੇ ਪਾਤਸ਼ਾਹ ਨੂੰ ਮਿਲਣਾ। ਉਹਨੇ ਕਿਹਾ ਅੰਦਰ ਹੀ ਨੇ। ਚਲੋ ਉਹ ਜਿਹੜੇ ਪੰਡ ਉਹਨੇ ਬਾਹਰ ਰੱਖੀ, ਅੰਦਰ ਚਲੇ ਗਏ। 2 ਪੈਸੇ ਮੱਥਾ ਟੇਕੇ ਜਹਾਂਗੀਰ ਨੂੰ। ਉਹਨੇ ਸਮਝਿਆ 6ਵੇਂ ਪਾਤਸ਼ਾਹ ਨੇ। ਮੱਥਾ ਟੇਕ ਕੇ ਖੜਾ ਹੋ ਗਿਆ, ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਨਾਮ ਦੀ ਦਾਤ ਬਖਸ਼ੋ, ਮੇਰਾ ਆਵਾਗਮਨ ਦਾ ਚੱਕਰ ਕੱਟੋ। ਐ ਮੰਗੀ। ਜਹਾਂਗੀਰ ਸਮਝ ਗਿਆ ਵੀ ਨਹੀਂ, ਇਹ ਗਲਤੀ ਰੈਸਟੈਂਟ 'ਚ ਆ ਗਿਆ। ਕਹਿੰਦਾ ਦੇਖ ਵੇ ਗੁਰਮੁਖਾ, ਮੈਂ ਨਾ ਗੁਰੂ ਨਹੀਂ ਹੈਗਾ, ਮੈਂ ਤੇ ਰਾਜਾ। ਸੰਸਾਰਕ ਕੋਈ ਚੀਜ਼ ਚਾਹੀਦੀ ਹੈ ਮੈਂ ਦੇ ਸਕਦਾ, ਇਹ ਨਾਮ ਤੇ ਇਹ ਚੀਜ਼ਾਂ ਮੇਰੇ ਵੱਸ 'ਚ ਨਹੀਂ। ਉਹ ਗੁਰੂ ਮਹਾਰਾਜ ਦੇ ਨਾਲ ਵਾਲੇ ਟੈਂਟ 'ਚ ਨੇ। ਉਹ ਵਾਲਾ ਬੰਦਾ ਸੀ, ਉਹਨੇ ਕਿਹਾ ਮੈਂ ਇਸ ਤੋਂ ਕੀ ਲੈਣਾ। ਜਿਹੜੇ 2 ਪੈਸੇ ਮੱਥਾ ਟੇਕੇ ਉਹ ਵੀ ਚੱਕ ਲਏ, ਉਹ ਵੀ ਚੱਕ ਲਿਆ, ਆਪਣੀ ਪੰਡ ਵੀ ਚੱਕੀ ਤੇ ਨਾਲ ਵਾਲੇ ਟੈਂਟ 'ਚ ਚਲੇ ਗਏ। ਜਹਾਂਗੀਰ ਦੇਖਦਾ ਵੀ ਕਮਾਲ ਹੈ, ਇਹ ਮੈਂ ਤਾਂ ਡਰਿਆ ਵੀ ਨਹੀਂ, ਮੈਂ ਰਾਜ ਦੇ ਅੱਗੇ 2 ਪੈਸੇ ਚੱਕ ਰਿਹਾ ਹਾਂ ਨਾ, ਮੁੜ ਚੱਕੇ ਗੁਰੂ ਮਹਾਰਾਜ ਚਲੇ ਗਏ। ਗੁਰੂ ਮਹਾਰਾਜ ਸਾਰਾ ਕੁਝ ਸੁਣ ਰਹੇ, ਜਾਣੀ ਜਾਣ ਸਾਨੂੰ। ਜੋ ਸਿੱਖ ਗਿਆ ਗੁਰੂ ਮਹਾਰਾਜ ਬੜਾ ਪਿਆਰ ਕੀਤਾ, ਜੰਮਨ ਮਰ ਕੱਟਤਾ ਉਹਦਾ ਸਾਰਾ। ਸੋ ਮੇਰੇ ਕਹਿਣ ਦਾ ਮਤਲਬ ਹੈ ਜਹਾਂਗੀਰ ਦੇਖਿਆ ਵੀ ਸਿੱਖ ਕਿੰਨਾ ਪਿਆਰ ਆਪਣੇ ਗੁਰੂ ਨੂੰ ਕਰਦੇ ਹਨ। ਵੀ ਇਹਨੇ ਪਰਵਾਹ ਨਹੀਂ ਕੀਤੀ, ਮੈਂ ਰਾਜੇ ਦੀ ਵੀ ਪਰਵਾਹ ਨਹੀਂ ਕੀਤੀ, ਲੈ ਗਿਆ ਉੱਥੇ 2 ਪੈਸੇ ਚੱਕ ਕੇ ਵੀ। ਐਂ ਇੱਕ ਬੀਬੀ ਆਈ ਪਾਰਬਤੀ ਨਾਮ ਦੀ, ਕਹਿੰਦੀ ਮਹਾਰਾਜ ਜੀ ਬਈ ਮੈਂ ਨਾ ਨਾਸਤਕਾਂ ਦੇ ਘਰ ਵਿਆਹੀ ਗਈ ਹਾਂ, ਉਹ ਤਾਂ ਮੈਨੂੰ ਸਤ ਸੰਗਤ ਹੀ ਨਹੀਂ ਕਰਨ ਦਿੰਦੇ, ਮੈਂ ਚੋਰੀ ਛਿਪੇ ਤੁਹਾਨੂੰ ਮਿਲਣ ਆਈਆਂ, ਆਉਣ ਨਹੀਂ ਸੀ ਦਿੰਦੇ ਹਨ, ਵੀ ਮੇਰੇ 'ਤੇ ਕਿਰਪਾ ਕਰੋ। ਗੁਰੂ ਮਹਾਰਾਜ ਨੇ ਵਰ ਦਿੱਤਾ, ਕਹਿੰਦੇ ਇੱਕ ਦਿਨ ਆਏਗਾ ਤੇਰੇ ਘਰ ਸਤ ਸੰਗਤ ਹੋਇਆ ਕਰੇਗੀ, ਤੂੰ ਸਿੱਖ ਧਰਮ ਦਾ ਪ੍ਰਚਾਰ ਕਰਿਆ ਕਰੇਂਗੇ। ਅਤੇ ਸਮਾਂ ਪਾ ਕੇ ਉਸੇ ਤਰ੍ਹਾਂ ਹੀ ਹੋਇਆ। ਉਹਦਾ ਸਾਰਾ ਪਰਿਵਾਰ ਸਿੱਖ ਹੋ ਗਿਆ ਅਤੇ ਘਰ 'ਚ ਸਤਸੰਗ ਹੋਣੀ ਸ਼ੁਰੂ ਹੋ ਗਈ। ਜਹਾਂਗੀਰ ਅਤੇ ਗੁਰੂ ਮਹਾਰਾਜ ਚੱਲਦੇ ਚੱਲਦੇ ਗਵਾਲੀਅਰ ਪਹੁੰਚ ਗਏ। ਗਵਾਲੀਅਰ ਬਹੁਤ ਵੱਡਾ ਕਿਲ੍ਹਾ ਹੈ, ਤੁਹਾਡੇ 'ਚ ਬਹੁਤ ਸਾਰਿਆਂ ਨੇ ਦਰਸ਼ਨ ਕੀਤੇ ਹੋਣਗੇ, ਜਿੱਥੇ 6ਵੇਂ ਪਾਤਸ਼ਾਹ ਨੂੰ ਨਜ਼ਰਬੰਦ ਕੀਤਾ ਸੀ। ਮਨ 'ਚ ਜਹਾਂਗੀਰ ਦੇ ਖੋਟ ਸੀ,
ਵੀ ਜਦੋਂ ਮੈਂ ਵਾਪਸ ਜਾਵਾਂਗਾ ਗੁਰੂ ਮਹਾਰਾਜ ਮੇਰੇ ਨਾਲ ਹੀ ਵਾਪਸ ਚਲੇ ਜਾਣਗੇ, ਫਿਰ ਪੰਜਾਬ ਨੂੰ ਚਲੇ ਜਾਣਾ। ਇਹਨਾਂ ਨੂੰ ਇੱਥੇ ਹੀ ਬੰਦ ਕਰ ਦੇਣਾ। ਕਿਲੇ 'ਚ ਆ ਗਏ ਨੇ। ਚਲੋ ਦਰੋਗੇ ਨੇ ਸਤਿਕਾਰ ਕੀਤਾ ਹੈ। ਜਹਾਂਗੀਰ ਕਹਿੰਦਾ ਦਰੋਗੇ ਨੂੰ ਵੀ ਇਹ ਸਿੱਖਾਂ ਦੇ ਗੁਰੂ ਨੇ 6ਵੇਂ, ਇਹਨਾਂ ਦਾ ਖਾਣ ਪੀਣ ਰਹਿਣ ਸਹਿਣ ਦਾ ਪ੍ਰਬੰਧ ਕਰਨਾ ਚੰਗੀ ਤਰ੍ਹਾਂ, ਰਹਿਣ ਨੂੰ ਚੰਗਾ ਕਮਰਾ ਦੇਣਾ ਹੈ, ਮੰਜਾ ਬਿਸਤਰਾ ਦੇਣਾ ਹੈ, ਖਾਣ ਪੀਣ ਦਾ ਪ੍ਰਬੰਧ ਕਰਨਾ। ਮੈਂ ਅੱਗੇ ਜਾਵਾਂ, ਆਉਂਦੇ ਹੋਏ ਇਹਨਾਂ ਨਾਲ ਲੈ ਜਾਵਾਂਗਾ ਵਾਪਸ। ਅਤੇ ਗੁਰੂ ਮਹਾਰਾਜ ਕਹਿੰਦੇ ਤੁਸੀਂ ਮਹਾਰਾਜ ਜੀ ਇੱਥੇ ਠਹਿਰੋ, ਮੈਂ ਹਫ਼ਤੇ ਤੱਕ ਵਾਪਸ ਆਉਣਾ। ਅਤੇ ਬਾਹਰ ਆ ਕੇ ਦਰੋਗੇ ਨੂੰ ਸੱਦਿਆ। ਕਹਿੰਦੇ ਜਿੰਨਾ ਚਿਰ ਮੈਂ ਨਹੀਂ, ਕਹਿੰਦੇ ਇਹਨਾਂ ਨੂੰ ਇਹ ਕਿਲੇ 'ਚ ਬਾਹਰ ਨਹੀਂ ਨਿਕਲ ਦੇਣਾ। ਗੁਰੂ ਮਹਾਰਾਜ ਨੂੰ ਕਿਲੇ 'ਚ ਬਾਹਰ ਨਹੀਂ ਨਿਕਲ ਦੇਣਾ। ਅੰਦਰ ਫਿਰਦੇ ਨੇ, ਕੋਈ ਗੱਲ ਨਹੀਂ, ਫਿਰ ਲੈਣ ਦੇ। ਇਹ ਖਿਆਲ ਰੱਖਣਾ, ਮੇਰੇ ਹੁਕਮਾਂ ਤੋਂ ਬਿਨਾਂ ਬਾਹਰ ਨਹੀਂ ਆਉਣ ਦੇਣਾ। ਬਾਹਰ ਨਜ਼ਰਬੰਦ ਕਰਤਾ। ਇੱਕ ਤਾਂ ਉਹਦੀ ਕੈਦ ਤਾਂ ਫਿਰ ਆਪਾਂ ਫਿਰ ਤੋਂ ਨਹੀਂ ਨਾ ਬੋਲ ਸਕਦੇ। ਨਜ਼ਰਬੰਦ, ਜਿਵੇਂ ਕਈਆਂ ਨੂੰ ਘਰ 'ਚ ਨਜ਼ਰਬੰਦ ਕਰ ਦਿੱਤਾ, ਜਦੋਂ ਤੁਸੀਂ ਘਰ ਘੁਰ 'ਚ ਫਿਰ ਕਿਲੇ 'ਚ ਫਿਰੇ ਜਾਓ। ਜਹਾਂਗੀਰ ਅੱਗੇ ਚਲੇ ਗਏ। ਚਲੋ ਜਹਾਂਗੀਰ ਵਾਪਸ ਆਇਆ, ਸਿੱਧਾ ਦਿੱਲੀ ਨੂੰ ਚਲਿਆ ਗਿਆ, ਗੁਰੂ ਮਹਾਰਾਜ ਨੂੰ ਨਹੀਂ ਮਿਲਿਆ। ਉੱਥੇ 52 ਰਾਜੇ ਕੈਦ ਕੀਤੇ ਹੋਏ ਸਨ ਜਹਾਂਗੀਰ ਨੇ। ਜਿਹੜੇ ਹਾਰ ਜਾਂਦੇ ਸਨ ਉਹਨੂੰ ਕੈਦ ਕਰ ਲੈਂਦੇ ਹੁੰਦੇ। ਉਹ ਬਹੁਤੇ ਰਾਜਸਥਾਨ ਦੇ ਸਨ, ਰਾਜਪੂਤ ਸਨ। ਉਹਨਾਂ ਦੀ ਇੱਕ ਇੱਕ ਲੱਤ ਸੰਗਲ ਨਾਲ ਬੰਨ੍ਹ ਕੇ ਅਤੇ ਅੱਗੇ ਬਿਲਡਿੰਗ ਦੇ ਥੰਮਲੇ ਨਾਲ ਬੰਨੀ ਹੁੰਦੀ ਸੀ, ਵੀ ਤਾਂ ਕਿਤੇ ਭੱਜ ਨਾ ਜਾਣ। ਹੌਲੀ ਹੌਲੀ ਜਿਹੜਾ ਦਰੋਗਾ ਸੀ ਕਿਲੇ ਦਾ, ਜਿਹਨੂੰ ਆਪਾਂ ਸੁਪਰਡੈਂਟ ਕਹਿੰਦੇ, ਜੇਲ੍ਹ ਸੁਪਰਡੈਂਟ, ਉਹ ਗੁਰੂ ਮਹਾਰਾਜ ਦਾ ਸ਼ਰਧਾਲੂ ਹੋ ਗਿਆ। ਗੁਰੂ ਮਹਾਰਾਜ ਕਹਿੰਦੇ ਵੀ ਅਸੀਂ ਨਾ ਸਤਸੰਗ ਕਰਿਆ ਕਰਨੀ ਸ਼ਾਮ ਨੂੰ ਰਾਜਾ ਨਾਲ, ਅਤੇ ਜਦੋਂ ਜਿੰਨਾ ਸਮਾਂ ਮੈਂ ਸਤਸੰਗ ਕਰਦਾ ਇੱਥੇ ਹੋਵਾਂਗਾ, ਤੂੰ ਇਹਨਾਂ ਨੂੰ ਖੋਲ੍ਹ ਦਿਆ ਕਰ। ਇਹ ਕਿਤੇ ਨਹੀਂ ਜਾਂਦੇ, ਮੇਰੀ ਜ਼ਿੰਮੇਵਾਰੀ ਰਹੀ। ਜਾਂਦੇ ਨਹੀਂ ਕਿਤੇ, ਤੂੰ ਬੇਫਿਕਰ, ਇਸ ਗੱਲੋਂ ਬੇਫਿਕਰ। ਚਲੋ ਸ਼ਰਧਾਲੂ ਹੋ ਗਿਆ। ਜਦੋਂ ਗੁਰੂ ਮਹਾਰਾਜ ਸ਼ਾਮ ਨੂੰ ਜਾਣਾ, ਉਹਨੇ ਰਾਜੇ ਦੇ ਸੰਗਲ ਖੋਲ੍ਹ ਦੇਣੇ, ਅਤੇ ਰਾਜੇ ਨੇ ਆਰਾਮ ਨਾਲ ਬੈਠ ਕੇ ਗੁਰੂ ਮਹਾਰਾਜ ਨਾਲ ਸਤਸੰਗ ਕਰ। ਐਂ ਕਾਫੀ ਸਮਾਂ ਬੀਤ ਗਿਆ। ਜਿਹੜਾ ਜਹਾਂਗੀਰ ਹੈ ਬਿਮਾਰ ਰਹਿਣ ਲੱਗ ਪਿਆ, ਬਹੁਤ ਜ਼ਿਆਦਾ ਬਿਮਾਰ ਹੋ ਗਿਆ। ਵੈਦਾਂ ਨੇ ਜਵਾਬ ਦਿੱਤਾ ਵੀ ਸਾਨੂੰ ਸਮਝ ਨਹੀਂ ਆ ਰਹੀ ਵੀ ਤੁਹਾਨੂੰ ਕੀ ਬਿਮਾਰੀ ਹੈ ਜੀ, ਕਿਸੇ ਪੀਰ ਫਕੀਰ ਨੂੰ ਪੁੱਛੋ। ਤਾਂ ਉੱਥੇ ਦਿੱਲੀ ਦਾ ਕਾਜ਼ੀ ਸੀ ਜਲਾਲਦੀਨ, ਉਹਨੇ ਜਹਾਂਗੀਰ ਨੂੰ ਆ ਕੇ ਦੱਸਿਆ ਵੀ ਤੂੰ ਕਿਸੇ ਫਕੀਰ ਨੂੰ ਕੈਦ ਕੀਤਾ ਹੋਇਆ, ਜਿੰਨਾ ਚਿਰ ਤੂੰ ਉਹਨੂੰ ਨਹੀਂ ਛੱਡਦਾ ਤੂੰ ਨਹੀਂ ਠੀਕ ਹੋ ਸਕਦਾ। ਅਤੇ ਜਹਾਂਗੀਰ ਨੂੰ ਪਤਾ ਸੀ ਮੈਂ ਕਿਹਨੂੰ ਕੈਦ ਕੀਤਾ। ਅਜੇ ਕਾਜ਼ੀ ਵੀ ਉੱਥੇ ਬੈਠਾ, ਅਤੇ ਇਹਨੇ 'ਚ ਲਾਹੌਰ ਤੋਂ ਮੀਆਂ ਮੀਰ ਜੀ ਆ ਗਏ। ਮੀਆਂ ਮੀਰ ਜੀ ਨੇ ਆ ਕੇ ਜਹਾਂਗੀਰ ਨੂੰ ਕਿਹਾ ਵੀ 2.25 ਸਾਲ ਹੋ ਗਏ ਤੂੰ ਗੁਰੂ ਮਹਾਰਾਜ ਨੂੰ ਕੈਦ ਕੀਤਾ ਹੋਇਆ। ਤੂੰ ਪਹਿਲਾਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਬਿਨਾਂ ਕਿਸੇ ਕਾਰਨ ਸ਼ਹੀਦ ਕੀਤਾ, ਸਾਰਾ ਪੰਜਾਬ ਤੇਰੇ ਵਿਰੁੱਧ ਹੈ, ਅਤੇ ਹੁਣ ਤੂੰ ਗੁਰੂ ਮਹਾਰਾਜ ਬਿਨਾਂ ਕਿਸੇ ਕਾਰਨ ਕੈਦ ਕੀਤਾ ਹੋਇਆ। ਸਾਰੀ ਸਿੱਖ ਕੌਮ ਤੇਰੇ ਵਿਰੁੱਧ ਹੈ, ਤੈਨੂੰ ਲੱਗ ਗਿਆ ਸਰਾਪ। ਇਹ ਕਾਜ਼ੀ ਠੀਕ ਕਹਿੰਦਾ ਹੈ, ਤੂੰ ਅਜੇ ਵੀ ਗੁਰੂ ਮਹਾਰਾਜ ਨੂੰ ਰਿਹਾ ਕਰ ਦੇ, ਨਹੀਂ ਤੂੰ ਬਚਣਾ ਪੁੱਛਣਾ ਕੋਈ ਨਹੀਂ, ਫਿਰ ਨਾ ਕਹੀ। ਉਹ ਡਰ ਗਿਆ। ਹੁਕਮ ਕਰਤਾ ਜਹਾਂਗੀਰ ਦਿੱਲੀਓਂ ਕਿ ਸੁਪਰਡੈਂਟ ਜਿਹੜਾ ਸੀ ਹਰੀਦਾਸ ਦਰੋਗਾ, ਕਿ ਬਈ ਗੁਰੂ ਮਹਾਰਾਜ ਨੂੰ ਰਿਹਾ ਕਰ ਦਿਓ। ਹਰੀਦਾਸ ਦਰੋਗੇ ਨੇ ਗੁਰੂ ਮਹਾਰਾਜ ਆਖਿਆ ਸਵੇਰੇ ਤੁਹਾਨੂੰ ਰਿਹਾ ਕੀਤਾ ਜਾਂਦਾ। ਜਹਾਂਗੀਰ ਦੇ ਹੁਕਮ ਆ ਗਏ ਨੇ। ਨਾਲ ਉਹਨਾਂ ਕਿਹਾ ਵੀ ਗੁਰੂ ਮਹਾਰਾਜ ਨੇ ਕਹੋ ਮੈਨੂੰ ਜਾਂਦੇ ਮਿਲ ਕੇ ਜਾਣ। ਗੁਰੂ ਮਹਾਰਾਜ ਕਹਿੰਦੇ ਮੈਂ ਨਹੀਂ ਇਕੱਲੇ ਨੇ ਰਿਹਾ ਹੁਣ, ਇਹ 52 ਜਿਹੜੇ ਰਾਜੇ ਕੈਦੀ ਨੇ ਇਹ ਵੀ ਰਿਹਾ ਕਰਨੇ ਪੈਣ। ਮੈਂ ਤਾਂ ਹੋਊਂਗਾ ਰਿਹਾ, ਨਹੀਂ ਤਾਂ ਮੈਂ ਤਾਂ ਅੰਦਰ ਹੀ ਰਹਾਂਗਾ। ਮਰਦਾ ਕੀ ਨਾ ਕਰਦਾ। ਜਹਾਂਗੀਰ ਨੇ ਹੁਕਮ ਕਰਤਾ ਵੀ ਜਿੰਨੇ ਵੀ ਰਾਜੇ ਗੁਰੂ ਮਹਾਰਾਜ ਦੇ ਕਮੀਜ਼ ਨੂੰ ਫੜ ਕੇ ਬਾਹਰ ਨਿਕਲ ਜਾਣਗੇ ਉਹਨੇ ਆਜ਼ਾਦ ਕਰ ਦਿਓ, ਰਿਹਾ ਕਰ ਦਿਓ। ਗੁਰੂ ਮਹਾਰਾਜ ਨੇ ਦਰਜੀ ਨੂੰ ਸੱਦਿਆ ਅਤੇ 52 ਕਲੀਆਂ ਵਾਲਾ ਚੋਲਾ ਤਿਆਰ ਕਰ ਲਿਆ। ਹਰ ਇੱਕ ਰਾਜ ਨੇ ਇੱਕ ਇੱਕ ਕਲੀ ਫੜਾ ਦਿੱਤੀ ਹੈ ਅਤੇ ਸਾਰਿਆਂ ਨੂੰ ਬਾਹਰ ਲਾਏ। ਅਤੇ ਉਦੋਂ ਤਾਂ ਫਿਰ 6ਵੇਂ ਪਾਤਸ਼ਾਹ ਦਾ ਨਾਮ ਪੈ ਗਿਆ ਬੰਦੀ ਛੋੜ ਗੁਰੂ। ਰਾਜੇ ਸਾਰੇ ਦੇ ਸਾਰੇ ਬਾਹਰ ਆ ਗਏ। ਰਾਜੇ ਆਪਣੇ ਆਪਣੇ ਇਲਾਕਿਆਂ ਨੂੰ, ਜੋ ਰਾਜਸਥਾਨ ਦੇ ਸਨ, ਗੁਰੂ ਮਹਾਰਾਜ ਦਾ ਧੰਨਵਾਦ ਕਰਕੇ ਚਲੇ ਗਏ।
ਵੀ ਕਦੇ ਤੁਸੀਂ ਸਾਡੇ ਇਲਾਕੇ ਜ਼ਰੂਰ ਚਰਨ ਪਾਇਓ ਅਤੇ ਵੀ ਰਾਜਸਥਾਨ ਜ਼ਰੂਰ ਆਇਓ। ਚਲੋ ਗੁਰੂ ਮਹਾਰਾਜ ਆ ਕੇ ਜਹਾਂਗੀਰ ਨੂੰ ਮਿਲੇ ਨੇ। ਜਹਾਂਗੀਰ ਕਹਿੰਦਾ ਵੀ ਮੈਂ ਰਾਜਸਥਾਨ ਚੱਲਿਆ, ਅਜਮੇਰ, ਉੱਥੇ ਬਹੁਤ ਵੱਡੀ ਦਰਗਾਹ ਹੈ ਮੁਸਲਮਾਨ ਦੇ, ਅਜਮੇਰ ਸ਼ਰੀਫ, ਵੀ ਤੁਸੀਂ ਵੀ ਮੇਰੇ ਨਾਲ ਚੱਲੋ। ਉਹਦੀ ਇੱਛਾ ਸੀ ਕਿ ਅਜੇ ਪੰਜਾਬ ਨੂੰ ਛੇਤੀ ਮੁੜਨ। ਗੁਰੂ ਮਹਾਰਾਜ ਕਹਿੰਦੇ ਚਲੋ ਚੱਲਦੇ ਹਾਂ ਜੀ। ਚਲੋ ਉਹਨੇ ਜਦੋਂ ਰਾਜਿਆਂ ਨੂੰ ਪਤਾ ਲੱਗਿਆ ਵੀ 6ਵੇਂ ਪਾਤਸ਼ਾਹ ਆਏ ਨੇ, ਸਾਰੇ ਰਾਜੇ ਮਿਲਣ ਆ ਗਏ ਹਨ। ਉਹਨਾਂ ਨੇ ਕੋਈ ਦਿਨ ਗੁਰੂ ਮਹਾਰਾਜ ਰੱਖਿਆ, ਗੁਰੂ ਮਹਾਰਾਜ ਉੱਥੇ ਸਿੱਖ ਧਰਮ ਦਾ ਪ੍ਰਚਾਰ ਕੀਤਾ ਰਿਹਾ। ਫਿਰ ਇੰਨੇ ਚਿਰ ਨੂੰ ਰੋਪੜ ਤੋਂ ਸੁਨੇਹਾ ਪਹੁੰਚਿਆ ਜਹਾਂਗੀਰ ਨੂੰ ਵੀ ਰੋਪੜ ਦਾ ਜਿਹੜਾ ਰਾਜਾ ਨਾ, ਨਾਲਾਗੜ੍ਹ ਦਾ, ਰੋਪੜ ਅੱਗੇ ਨਾਲਾਗੜ੍ਹ ਹੈ, ਨਾਲਾਗੜ੍ਹ ਦੇ ਰਾਜੇ ਨੇ ਤੇਰੇ ਵਿਰੁੱਧ ਬਗਾਵਤ ਕਰ ਦਿੱਤੀ, ਤਾਰਾ ਚੰਦ ਨੇ। ਜਹਾਂਗੀਰ ਕਹਿੰਦਾ ਜੀ ਮੈਂ ਪੰਜਾਬ ਨੂੰ ਚੱਲਿਆ, ਤੁਸੀਂ ਮੇਰੇ ਨਾਲ ਚੱਲੋ। ਕਹਿੰਦਾ ਮੈਂ ਤਾਂ ਜਾਣਾ ਹੀ, ਚਲੋ ਚੱਲਦੇ ਨਾਲ। ਦੇਖੋ ਗੁਰੂ ਮਹਾਰਾਜ ਨੇ ਫਿਰ ਵੀ ਮਨ 'ਚ ਨਹੀਂ ਰੱਖਿਆ ਵੀ ਇਹਨੇ ਮੈਨੂੰ 2.25 ਸਾਲ ਕੈਦ ਰੱਖਿਆ ਹੋਇਆ, ਨਾ ਕਹਿ ਚਲੋ ਚੱਲਦੇ ਹਾਂ। ਗੁਰੂ ਮਹਾਰਾਜ ਨੇ ਵਿੱਚ ਪੈ ਕੇ ਨਾਲਾਗੜ੍ਹ ਦੇ ਰਾਜੇ ਦਾ, ਤਾਰਾ ਚੰਦ ਦਾ ਅਤੇ ਜਹਾਂਗੀਰ ਦੇ ਆਪਸ ਵਿੱਚ ਸੁਲ੍ਹਾ ਕਰਾਤੀ। ਚਲੋ ਲੜਾਈ ਝਗੜੇ ਤੋਂ ਬਚਾ ਹੋ ਗਿਆ। ਤਾਂ ਤਾਰਾ ਚੰਦ ਵੀ ਬੜਾ ਗੁਰੂ ਮਹਾਰਾਜ ਦਾ ਧੰਨਵਾਦੀ ਹੋਇਆ। ਵੀ ਚਲੋ ਤਾਰਾ ਚੰਦ ਨੇ ਗੁਰੂ ਮਹਾਰਾਜ ਨੂੰ ਕਿਹਾ ਬਈ ਤੁਸੀਂ ਮੇਰੇ ਇਲਾਕੇ 'ਚ ਆ ਕੇ ਰਹੋ। ਗੁਰੂ ਮਹਾਰਾਜ ਕਹਿੰਦੇ ਕੋਈ ਨਹੀਂ, ਤੁਹਾਡੀ ਗੱਲ 'ਤੇ ਵਿਚਾਰ ਕਰ ਲਾਂਗੇ। ਚਲੋ ਜਹਾਂਗੀਰ ਅੱਗੇ ਲਾਹੌਰ ਨੂੰ ਚਲੇ ਗਏ, ਗੁਰੂ ਮਹਾਰਾਜ ਅੰਮ੍ਰਿਤਸਰ ਆ ਗਏ। ਜਦੋਂ ਅੰਮ੍ਰਿਤਸਰ ਪਹੁੰਚੇ ਉਸ ਦਿਨ ਕੁਦਰਤੀ ਦੀਵਾਲੀ ਸੀ ਅਤੇ ਫਿਰ ਸਿੱਖਾਂ ਨੇ ਹਰਿਮੰਦਰ ਸਾਹਿਬ 'ਤੇ ਦੀਪਮਾਲਾ ਕੀਤੀ ਗੁਰੂ ਮਹਾਰਾਜ ਦੇ ਆਉਣ 'ਤੇ, ਅਤੇ ਉਦੋਂ ਦਾ ਸਿੱਖ ਕੌਮ 'ਚ ਦੀਵਾਲੀ ਨੂੰ ਦੀਪਮਾਲਾ ਕਰਨ ਦਾ ਰਿਵਾਜ਼ ਹੋ ਗਿਆ ਹੈ। ਜਹਾਂਗੀਰ ਨੇ ਸੋਚਿਆ, ਦੇਖੋ ਹੁਕਮ ਤਾਂ ਜਹਾਂਗੀਰ ਨੇ ਦਿੱਤਾ ਸੀ ਚੰਦੂ ਨੂੰ ਵੀ ਤਸੀਹੇ ਦੇ ਦੇ ਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਮਾਰਨਾ ਹੈ। ਚੰਦੂ ਲਾਲ ਠੀਕ ਹੈ, ਗੁਰੂ ਮਹਾਰਾਜ ਅੰਦਰਲੇ ਖਾਤੇ ਲੱਗਦਾ ਸੀ, ਕਿਉਂਕਿ ਚੰਦੂ ਲਾਲ ਚਾਹੁੰਦਾ ਸੀ ਮੇਰੀ ਲੜਕੀ ਦੀ ਸ਼ਾਦੀ 6ਵੇਂ ਪਾਤਸ਼ਾਹ ਨਾਲ ਹੋ ਜਾਏ। ਪੰਜਵੇਂ ਪਾਤਸ਼ਾਹ ਗੱਲ ਮੰਨੇ ਨਹੀਂ। ਚੰਦੂ ਲਾਲ ਅੰਦਰ ਖਾਤੇ ਖਾਰ ਖਾਂਦਾ ਸੀ, ਇਸ ਲਈ ਚੰਦੂ ਲਾਲ ਨੇ ਪੰਚਮ ਪਾਤਸ਼ਾਹ ਨੂੰ ਤੱਤੀਆਂ ਤਵੀਆਂ 'ਤੇ ਬਿਠਾ ਕੇ ਤੱਤਾ ਰੇਤਾ ਪਾ ਕੇ ਜਿਹੜਾ ਸ਼ਹੀਦ ਕਰ ਦਿੱਤਾ। ਜਹਾਂਗੀਰ ਨੇ ਸੋਚਿਆ ਵੀ ਸਿੱਖਾਂ ਨੂੰ ਖੁਸ਼ ਕਰਨ ਦਾ ਇੱਕੋ ਹੀ ਢੰਗ ਹੈ। ਕਹਿੰਦੇ ਦੇਖੋ ਮੈਂ ਤਾਂ ਨਹੀਂ ਸੀ ਹੁਕਮ ਕੀਤਾ, ਮੈਂ ਤਾਂ ਕਿਹਾ ਸੀ ਇਹਨਾਂ ਤੋਂ 2 ਲੱਖ ਜੁਰਮਾਨਾ ਵਸੂਲ ਕਰੋ। ਇਹ ਤਾਂ ਚੰਦੂ ਲਾਲ ਨੇ ਇਸ ਤਰ੍ਹਾਂ ਕੀਤਾ ਸਾਰਾ। ਚੰਦੂ ਲਾਲ ਨੂੰ ਬੁਲਾਇਆ, ਸਿੱਖਾਂ ਨੂੰ ਕਹਿਣ ਲਓ ਵੀ ਇਹ ਚੰਦੂ ਲਾਲ ਤੁਹਾਡੇ ਹਵਾਲੇ ਕੀਤਾ ਜਾਂਦਾ, ਜਿਵੇਂ ਮਰਜ਼ੀ ਦੇ ਨਾਲ ਵਿਹਾਰ ਕਰ ਲਓ। ਵੀ ਖੁਸ਼ ਹੋ ਜਾਣਗੇ ਵੀ ਹਾਂ ਵੀ ਆਪਣਾ ਸਾਰਾ ਕਸੂਰ ਚੰਦੂ ਲਾਲ 'ਤੇ ਸੁੱਟ ਦਿਓ। ਚਲੋ ਜੀ, ਜਿਹੜਾ ਪਿੰਡ ਅੱਜ ਕੱਲ੍ਹ ਹਰਗੋਬਿੰਦਪੁਰ ਹੈ, ਜਿਹੜੇ 6ਵੇਂ ਪਾਤਸ਼ਾਹ ਨੇ ਚੰਦੂ ਲਾਲ ਦੇ ਪਿੰਡ ਜਦੋਂ ਉਜੜ ਗਿਆ ਉੱਥੇ ਵਸਾਇਆ ਸੀ। ਸਿੱਖ ਫੜ ਕੇ ਚੰਦੂ ਲਾਲ ਨੂੰ ਚੰਦੂ ਲਾਲ ਦੇ ਪਿੰਡ ਹੀ ਲੈ ਗਏ, ਉੱਥੇ ਘਸੀਟਣਾ ਸ਼ੁਰੂ ਕਰਤਾ। ਉਹਦੇ ਪਿੰਡ ਦਾ ਹੀ ਇੱਕ ਪੜਭੂੰਜਾ ਸੀ ਜਿਹੜਾ ਆਹ ਦਾਣੇ ਭੁੰਨਦੇ ਨੇ, ਉਹਨੂੰ ਪੜਭੂੰਜਾ ਕਹਿੰਦੇ। ਉਹਨੂੰ ਚੰਦੂ ਲਾਲ ਲੈ ਕੇ ਗਿਆ ਸੀ ਲਾਹੌਰ ਕਿ ਤੂੰ ਆਪਣਾ ਕੜਛਾ ਲੈ ਕੇ ਰੇਤ ਵਾਲਾ, ਤੈਂ ਤੱਤੀ ਰੇਤ ਗੁਰੂ ਮਹਾਰਾਜ ਦੇ ਸੀਸ 'ਤੇ ਪਾਉਣੀ ਹੈ। ਜਦੋਂ ਘਸੀੜਦੇ ਸਿੱਖ ਚੰਦੂ ਲਾਲ ਨੂੰ ਉਹਦੇ ਕੋਲੇ ਲਿਆਏ ਨਾ, ਉਹਨੂੰ ਚੜ੍ਹਿਆ ਗੁੱਸਾ ਵੀ ਇਹਨੇ ਮੇਰੇ ਤੋਂ ਐਡਾ ਵੱਡਾ ਜ਼ੁਲਮ ਕਰਾਇਆ। ਉਹਨੇ ਉਹੀ ਕੜਛਾ ਚੰਦੂ ਲਾਲ ਦੇ ਸਿਰ 'ਚ ਮਾਰਿਆ ਅਤੇ ਚੰਦੂ ਲਾਲ ਮਰ ਗਿਆ। ਗੁਰੂ ਮਹਾਰਾਜ ਅੰਮ੍ਰਿਤਸਰ ਰਹਿ ਰਹੇ ਨੇ, ਆਲੇ ਦੁਆਲੇ ਦੇ ਇਲਾਕੇ 'ਚ ਪ੍ਰਚਾਰ ਕਰਨ ਜਾਂਦੇ। ਅੰਮ੍ਰਿਤਸਰ ਦੇ ਨਜ਼ਦੀਕ ਹੀ ਹੈ, 8-10 ਕਿਲੋਮੀਟਰ 'ਤੇ ਚੱਬਾ ਪਿੰਡ, ਉੱਥੇ ਗਏ ਨੇ। ਜਿੱਥੇ ਪ੍ਰਚਾਰ ਕਰਦਾ ਸੀ ਉੱਥੇ 1-2 ਦਿਨ ਠਹਿਰ ਜਾ ਕਰਦੇ ਸੀ। ਲੋਕ ਆ ਰਹੇ ਨੇ, ਜਿਵੇਂ ਆਪਾਂ ਗੁਰੂ ਘਰ 'ਚ ਗੁਰੂ ਤੋਂ ਮੰਗਣ ਜਾਂਦੇ ਹਾਂ, ਆਪਾਂ ਦੇਖੋ ਸੰਸਾਰੀ ਬੰਦੇ ਹਾਂ।
ਭਾਵੇਂ ਗੁਰਬਾਣੀ ਦੇ ਹੈ ਪ੍ਰਵਾਤਵਾ ਤੇਰੇ ਤੋਂ ਬਿਨਾਂ ਹੋਰ ਕੁਛ ਮੰਗਣਾ ਹੈ, ਸਿਰ ਦੁੱਖਾਂ ਕੇ ਦੁੱਖ। ਇਹ ਤੇ ਬ੍ਰਹਮ ਗਿਆਨੀਆਂ ਲਈ ਹੈ, ਸਾਡੇ ਲਈ ਹੈ ਦਾਲ ਸਿੱਧਾ ਮੰਗੋ ਘਿਓ। ਅਸੀਂ ਤਾਂ ਭਾਈ ਸੰਸਾਰੀ ਬੰਦੇ ਹਾਂ, ਅਸੀਂ ਤਾਂ ਮੰਗਣੇ ਹੀ ਮੰਗਣੇ। ਸੰਸਾਰੀ ਬੰਦੇ ਤਾਂ ਮੰਗਣੇ, ਸਾਧੂ ਆ ਕੇ ਉਸ ਤੋਂ ਵੀ ਮੰਗਣਾ, ਗੁਰੂ ਮਹਾਰਾਜ ਆ ਕੇ ਉਸ ਤੋਂ ਵੀ ਮੰਗਣਾ ਹੈ। ਤਾਂ ਉੱਥੇ ਚੱਬੇ ਪਿੰਡ 'ਚ ਬੀਬੀ ਇੱਕ ਦੇਸੋ ਹੁੰਦੀ ਸੀ, ਕਾਫੀ ਉਮਰ ਹੋ ਗਈ, ਉਹਦੇ ਘਰ ਕੋਈ ਪੁੱਤਰ ਨਹੀਂ ਸੀ। ਉਹ ਵੀ ਆਈ ਮਿਲਣ ਗੁਰੂ ਮਹਾਰਾਜ ਨੂੰ, ਕਹਿੰਦੇ ਵੀ ਮੇਰੇ ਘਰ ਕੋਈ ਪੁੱਤਰ ਨਹੀਂ ਹੈ ਜੀ, ਅਸੀਂ ਖੇਤੀਬਾੜੀ ਕਰਦੇ ਹਾਂ, ਕੰਮ ਨਹੀਂ ਚੱਲਦਾ, ਪੁੱਤਰ ਦੀ ਦਾਤ ਬਖਸ਼ੋ। ਗੁਰੂ ਮਹਾਰਾਜ ਮੱਥਾ ਦੇਖਿਆ, ਕਹਿੰਦੇ ਮਾਤਾ ਜੀ ਤੁਹਾਡੇ ਭਾਗਾਂ 'ਚ ਪੁੱਤਰ ਨਹੀਂ ਲਿਖਿਆ ਹੋਇਆ। ਉਹ ਵਿਚਾਰੀ ਨਿਰਾਸ਼ ਹੋ ਕੇ ਵਾਪਸ ਜਾ ਰਹੀ ਹੈ। ਅੱਗੋਂ ਬਾਬਾ ਬੁੱਢਾ ਜੀ ਮਿਲ ਗਏ। ਉਹ ਕਹਿੰਦੇ ਮਾਤਾ ਜੀ ਵੀ ਚਲੋ ਗੁਰੂ ਕੋਲੇ ਜਾਂਦਿਆਂ ਤਾਂ ਬੰਦਾ ਉਦਾਸ ਹੋਵੇ ਤਾਂ ਹੋਵੇ, ਅਤੇ ਗੁਰੂ ਨੂੰ ਮਿਲਣ ਤੋਂ ਬਾਅਦ ਵੀ ਤੁਸੀਂ ਉਦਾਸ ਹੋ, ਕੀ ਕਾਰਨ ਹੈ? ਵੀ ਗੁਰੂ ਨੂੰ ਮਿਲ ਕੇ ਤਾਂ ਬੰਦੇ ਦੀ ਮਨੋਕਾਮਨਾ ਪੂਰੀ ਖੁਸ਼ ਹੁੰਦੇ ਹਨ। ਕਹਿੰਦੇ ਮੈਂ ਗਈ ਸੀ ਵੀ ਮੈਨੂੰ ਪੁੱਤਰ ਦੀ ਦਾਤ ਬਖਸ਼ਿਓ। ਅੱਗੋਂ ਗੁਰੂ ਮਹਾਰਾਜ ਕਹਿੰਦੇ ਤੁਹਾਡੇ ਭਾਗਾਂ 'ਚ ਤਾਂ ਪੁੱਤਰ ਲਿਖੇ ਹੀ ਨਹੀਂ ਹੈਗੇ। ਬਾਬਾ ਬੁੱਢਾ ਜੀ ਨੂੰ ਸਾਰਾ ਢੰਗ ਦੱਸਤਾ। ਕਹਿੰਦਾ ਤੂੰ ਐਂ ਕਰੀ, ਉਹਨੂੰ ਸਾਰੀ ਗੱਲ ਸਮਝਾਤੀ, ਤੂੰ ਕੱਲ੍ਹ ਨੂੰ ਫਿਰ ਜਾਈਂ। ਉਹ ਜਿਵੇਂ ਬਾਬਾ ਬੁੱਢੇ ਨੇ ਕਿਹਾ ਸੀ ਨਾ, ਉਵੇਂ ਉਸਨੇ ਕੀਤਾ। ਉਹ ਨਾਲ ਕਾਗਜ਼ ਲੈ ਗਈ। ਬਾਬਾ ਬੁੱਢਾ ਜੀ ਕਹਿੰਦੇ ਤੂੰ ਕਾਗਜ਼ ਲੈ ਜੀ, ਕਲਮ ਲੈ ਜੀ, ਦੁਆਤ ਲੈ ਜੀ, ਅਤੇ ਉਹਨਾਂ ਨੂੰ ਕਹੀਂ ਗੁਰੂ ਮਹਾਰਾਜ। ਉਹ ਫਿਰ ਤੈਨੂੰ ਕਹਿਣਗੇ ਮਾਤਾ ਜੀ ਤੁਸੀਂ ਕੱਲ੍ਹ ਆਏ ਸੀ, ਤੁਹਾਡੇ ਭਾਗਾਂ 'ਚ ਕੋਈ ਪੁੱਤਰ ਨਹੀਂ ਹੈ, ਅਤੇ ਤੁਸੀਂ ਰੋਂਦੇ ਹੋਏ ਕਹਿਓ ਵੀ ਮਹਾਰਾਜ ਜੀ ਉੱਥੇ ਲਿਖਣ ਵਾਲੇ ਵੀ ਤੁਸੀਂ ਅਤੇ ਇੱਥੇ ਲਿਖਣ ਵਾਲੇ ਵੀ ਤੁਸੀਂ। ਜੇ ਤੁਸੀਂ ਉੱਥੇ ਲਿਖਣਾ ਭੁੱਲ ਗਏ ਮੇਰੇ ਭਾਗਾਂ 'ਚ ਪੁੱਤਰ, ਆਹ ਲਓ ਕਾਗਜ਼, ਆਹ ਲਓ ਕਲਮ, ਹੁਣ ਲਿਖ ਦਿਓ, ਹੁਣ ਲਿਖ ਦਿਓ। ਕਹਿੰਦੇ ਤੂੰ ਐਂ ਕਹੀਂ। ਜਦ ਗੁਰੂ ਮਹਾਰਾਜ ਮਿਲਣਗੇ, ਗੁਰੂ ਮਹਾਰਾਜ ਫਿਰ ਮਾਤਾ ਤੁਸੀਂ ਕੱਲ੍ਹ ਵੀ ਆਏ ਸੀ, ਮੈਂ ਤੁਹਾਨੂੰ ਕਿਹਾ ਸੀ ਤੁਹਾਡੇ ਭਾਗਾਂ 'ਚ ਹੈ ਨਹੀਂ। ਕਹਿ ਜੀ ਮਹਾਰਾਜ ਜੀ ਉੱਥੇ ਵੀ ਦਰਗਾਹ 'ਚ ਵੀ ਲਿਖਣ ਵਾਲੇ ਤੁਸੀਂ, ਅਤੇ ਇੱਥੇ ਲਿਖਣ ਵਾਲੇ ਵੀ ਤੁਸੀਂ। ਚਲੋ ਜੀ ਉੱਥੇ ਭੁੱਲ ਗਏ ਹੋ, ਆਹ ਲਓ ਕਲਮ ਦੁਆ ਅਤੇ ਕਿਰਪਾ ਕਰਕੇ ਹੁਣ ਲਿਖ ਦਿਓ। ਅਤੇ ਗੁਰੂ ਮਹਾਰਾਜ ਹੱਸ ਪਏ ਅਤੇ ਉਹਨਾਂ ਨੇ ਕਹਿ ਲਓ ਮਾਤਾ ਜੀ ਤੁਸੀਂ ਇੱਕ ਮੰਗਣੇ, ਆਹ ਲਓ 7 ਲਓ, ਅਤੇ 7 ਪੁੱਤਰਾਂ ਦੀ ਦਾਤ ਦਿੱਤੀ। ਆਪਾਂ ਕਈ ਵਾਰੀ ਵਾਰੀ ਗੁਰੂ ਮਹਾਰਾਜ ਕੋਲ ਤਾਂ ਆਉਂਦੇ ਹਾਂ ਵੀ ਚਲੋ ਜੇ ਇੱਕ ਵਾਰੀ ਨਾ ਕਰ, ਦੂਜੀ ਵਾਰੀ ਫਿਰ ਬੇਨਤੀ ਕਰਕੇ ਦੇਖ ਲਓ, ਫਿਰ ਬੇਨਤੀ ਕਰਕੇ ਦੇਖ ਲਓ, ਕੀ ਪਤਾ ਕਦੇ ਮਨ 'ਚ ਤਰਸ ਆ ਜਾਏ। ਜਿਹਦੇ ਤਰਸ ਆ ਗਿਆ ਉਹਦੀ ਗੱਲ ਬਣ ਜਾਏਗੀ। ਹਾਂਜੀ, ਉਹ ਜਿਸ ਥਾਂ 'ਤੇ ਗੁਰੂ ਮਹਾਰਾਜ ਖੜ੍ਹੇ ਸਨ, ਘੋੜੇ 'ਤੇ, ਘੋੜੇ ਚੜ੍ਹੇ ਹੋਏ ਸਨ, ਜਿੱਥੇ ਬੀਬੀ ਨੇ ਆ ਕੇ ਲਗਾਮ ਫੜ ਲਈ, ਉਸ ਥਾਂ 'ਤੇ ਗੁਰਦੁਆਰਾ ਸਾਹਿਬ ਬਣਿਆ। ਉਹਦਾ ਨਾਂ ਗੁਰਦੁਆਰਾ ਸੰਗਰਾਣਾ ਸਾਹਿਬ, ਅੰਮ੍ਰਿਤਸਰ ਦੇ ਨਜ਼ਦੀਕ ਹੀ ਹੈ। ਕਸ਼ਮੀਰ ਦੇ ਵਿੱਚ ਇੱਕ ਬਹੁਤ ਬਜ਼ੁਰਗ ਬੀਬੀ ਭਾਗ ਭਰੀ ਰਹਿੰਦੀ ਸੀ। ਉਹਦੀ ਬੜੀ ਇੱਛਾ ਸੀ ਵੀ ਗੁਰੂ ਮਹਾਰਾਜ ਮੇਰੇ ਘਰ ਆਉਣ। ਉਹਨੇ ਆਪਣੇ ਹੱਥਾਂ ਨਾਲ ਸੂਤ ਕੱਤਿਆ, ਖੱਦਰ ਬਣਾਇਆ, ਫਿਰ ਬੜੇ ਪਿਆਰ ਨਾਲ ਬੜਾ ਗੁਰੂ ਮਹਾਰਾਜ ਦਾ ਚੋਲਾ ਆਪਣੇ ਹੱਥ ਨਾਲ ਬਣਾਇਆ। ਜਦੋਂ ਚੋਲਾ ਤਿਆਰ ਹੋ ਗਿਆ, ਰੋਜ਼ ਬੇਨਤੀ ਕਰਦੀ 6ਵੇਂ ਪਾਤਸ਼ਾਹ ਨੂੰ, ਸੱਚੇ ਪਾਤਸ਼ਾਹ ਤੁਸੀਂ ਗਰੀਬਣੀ ਦੇ ਘਰ ਆਓ, ਮੈਂ ਤੁਹਾਡੇ ਲਈ ਚੋਲਾ ਤਿਆਰ ਕੀਤਾ ਹੈ, ਮੈਂ ਤੁਹਾਨੂੰ ਆਪਣੇ ਹੱਥਾਂ ਨਾਲ ਪਾਉਣਾ ਚਾਹੁੰਦੀ ਹਾਂ। ਮੈਂ ਬਹੁਤ ਬਜ਼ੁਰਗ ਹੋ ਗਈ ਹਾਂ, ਪਤਾ ਨਹੀਂ ਕਿਸ ਵੇਲੇ ਜਾਨ ਨਿਕਲ ਜੇ, ਵੀ ਕਿਰਪਾ ਕਰਕੇ ਤੁਸੀਂ ਆਓ। ਰੋਜ਼ ਇਸ ਤਰ੍ਹਾਂ ਬੇਨਤੀ ਕਰ। ਅੰਤਰਾਤਮੇ ਗੁਰੂ ਮਹਾਰਾਜ ਕੋਲ ਵੀ ਸੁਨੇਹਾ ਪਹੁੰਚ ਗਿਆ ਹੈ। ਉਦੋਂ ਗੁਰੂ ਮਹਾਰਾਜ ਕੀਰਤਪੁਰ ਸਾਹਿਬ ਰਹਿੰਦੇ ਹੁੰਦੇ ਸਨ। ਗੁਰੂ ਮਹਾਰਾਜ ਕਹਿੰਦੇ ਭਾਈ ਆਪਾਂ ਨੇ ਕਸ਼ਮੀਰ ਜਾਣਾ, ਤਿਆਰ ਹੋ ਜਾਓ। ਉਦੋਂ ਘੋੜੇ ਹੀ ਹੁੰਦੇ ਸਨ। ਕਈ ਦਿਨਾਂ 'ਚ ਆਪ ਜੀ ਕਸ਼ਮੀਰ ਪਹੁੰਚੇ, ਸਿੱਧੇ ਹੀ ਮਾਈ ਭਾਗ ਭਰੀ ਦੇ ਘਰ ਪਹੁੰਚ ਗਏ। ਜਦੋਂ ਮਾਈ ਭਾਗ ਭਰੀ ਨੇ ਦੇਖਿਆ ਵੀ ਗੁਰੂ ਮਹਾਰਾਜ ਘੋੜੇ 'ਤੇ ਚੜ੍ਹ ਕੇ ਮੇਰੇ ਵਿਹੜੇ 'ਚ ਆ ਗਏ ਨੇ,
ਉਹ ਭੱਜੀ ਗਈ ਅੰਦਰ, ਅਤੇ ਜਿਹੜਾ ਚੋਲਾ ਤਿਆਰ ਕੀਤਾ ਸੀ ਲਿਆ ਕੇ ਗੁਰੂ ਮਹਾਰਾਜ ਦੇ ਚਰਨਾਂ 'ਤੇ ਰੱਖਦਾ, ਨਾਲੇ ਮੱਥਾ ਟੇਕਦੀ। ਗੁਰੂ ਮਹਾਰਾਜ ਨੇ ਉਹ ਚੋਲਾ ਫੜਿਆ, ਬੜਾ ਪਿਆਰ ਕੀਤਾ ਹੈ, ਮਾਤਾ ਜੀ ਨੂੰ ਅਸੀਸਾਂ ਦਿੱਤੀਆਂ, ਉਹਦਾ ਲੋਕ ਪਰਲੋਕ ਜਿਹੜਾ ਸਵਾਰ ਦਿੱਤਾ। ਚਲੋ ਗੁਰੂ ਮਹਾਰਾਜ ਜਿੱਥੇ ਡੇਰੇ 'ਚ ਠਹਿਰਨਾ ਸੀ ਉੱਥੇ ਚਲੇ ਗਏ। ਰਾਤ ਨੂੰ ਸ਼ਿਵਜੀ ਮਹਾਰਾਜ ਮਾਤਾ ਜੀ ਕੋਲ ਆਏ, ਮਾਤਾ ਜੀ ਔਰ ਤੁਹਾਨੂੰ ਸ਼ਿਵਪੁਰੀ ਲੈ ਚੱਲਾਂ। ਮਾਤਾ ਕਹਿੰਦੀ ਮੈਂ ਸ਼ਿਵਪੁਰੀ ਨਹੀਂ ਜਾਣਾ, ਮੈਂ ਤਾਂ ਗੁਰਪੁਰੀ ਜਾਣਾ। ਅਤੇ ਮਾਤਾ ਨੇ ਉਸੇ ਰਾਤ ਸਰੀਰ ਤਿਆਗ ਦਿੱਤਾ ਅਤੇ ਸੱਚਖੰਡ ਨੂੰ ਚਲੀ ਗਈ। ਗੁਰੂ ਮਹਾਰਾਜ ਕਸ਼ਮੀਰ ਠਹਿਰੇ ਨੇ, ਕਿਉਂਕਿ ਗੁਰੂ ਨਾਨਕ ਦੇਵ ਜੀ ਵੀ ਗਏ ਸਨ, ਫਿਰ 6ਵੇਂ ਪਾਤਸ਼ਾਹ ਗਏ। ਹੌਲੀ ਹੌਲੀ ਆਲੇ ਦੁਆਲੇ ਦੀ ਸੰਗਤਾਂ ਨੂੰ ਪਤਾ ਲੱਗਿਆ ਵੀ ਗੁਰੂ ਨਾਨਕ ਦੀ ਗੱਦੀ 'ਤੇ 6ਵੇਂ ਪਾਤਸ਼ਾਹ ਆਏ ਹੋਏ ਨੇ, ਉਹ ਆਉਣ ਲੱਗ ਪਏ ਨੇ। ਭਾਈ ਝੰਡਾ ਹੈ ਇੱਕ ਉਹਨਾਂ ਦਾ ਸਿੱਖ, ਉਹ ਬੜੀ ਸੇਵਾ ਕਰਦਾ ਹੈ। ਇੱਕ ਦਿਨ ਗੁਰੂ ਮਹਾਰਾਜ ਨਾਲ ਸਿੱਖਾਂ ਨੂੰ ਲੈ ਕੇ ਸੈਰ ਕਰਨ ਜਾ ਰਹੇ, ਭਾਈ ਝੰਡਾ ਵੀ ਨਾਲ ਹੀ ਹੈ। ਇੱਕ ਰਾਜ ਮੋੜ ਆ ਗਿਆ, ਗੁਰੂ ਮਹਾਰਾਜ ਕਹਿੰਦੇ ਭਾਈ ਝੰਡਿਆ ਤੂੰ ਇੱਥੇ ਖਲੋ, ਅਸੀਂ ਆਉਣੇ ਹਾਂ। ਅੱਗੇ ਚਲੇ ਗਏ ਸਿੱਖਾਂ ਨਾਲ, ਵਾਪਸ ਆਉਂਦਿਆਂ ਦੂਸਰੇ ਰਸਤੇ ਆ ਗਏ, ਉਸ ਰਸਤੇ ਹੀ ਨਹੀਂ ਆਏ। ਭਾਈ ਝੰਡਾ ਉੱਥੇ ਖੜ੍ਹਾ, ਇੱਕ ਦਿਨ ਖੜ੍ਹਾ ਰਿਹਾ, ਦੂਜਾ ਦਿਨ, ਤੀਜਾ ਦਿਨ। ਤੀਜੇ ਦਿਨ ਸ਼ਾਮ ਨੂੰ ਅਚਾਨਕ ਗੁਰੂ ਮਹਾਰਾਜ ਕਹਿੰਦੇ ਭਾਈ ਝੰਡਾ ਨਹੀਂ ਦਿਸਦਾ ਕਈ ਦਿਨਾਂ ਦਾ। ਕਹੇ ਜੀ ਉਹ ਤਾਂ 3 ਦਿਨ ਹੋ ਗਏ ਨੇ, ਤੁਸੀਂ ਉਹਨੂੰ ਰਾਹ 'ਚ ਉੱਥੇ ਮੋੜ 'ਤੇ ਖੜ੍ਹਾ ਕਰਤਾ ਸੀ ਕਿ ਭਾਈ ਝੰਡਿਆ ਤੂੰ ਇੱਥੇ ਖਲੋ, ਅਸੀਂ ਆਉਣੇ ਹਾਂ। ਉਹ ਤਾਂ ਉਦੋਂ ਦੇ ਉੱਥੇ ਖਲੋਤਾ। ਕਹਿੰਦੇ ਅੱਛਾ ਚਲੋ ਚੱਲੀਏ। ਜੋ ਗਏ ਉਹ ਉੱਥੇ ਖੜ੍ਹਾ। ਗੁਰੂ ਮਹਾਰਾਜ ਨੇ ਕਿਹਾ ਭਾਈ ਝੰਡਿਆ ਤੂੰ ਘਰ ਆ ਜਾਣਾ ਸੀ। ਕਹਿੰਦੇ ਜੀ ਆਪ ਜੀ ਨੇ ਕਿਹਾ ਸੀ ਤੂੰ ਇੱਥੇ ਖਲੋ, ਅਸੀਂ ਆਉਣੇ ਹਾਂ। ਕਹਿੰਦਾ ਮੈਂ ਤਾਂ 3 ਦਿਨਾਂ ਤੁਹਾਡੀ ਉਡੀਕ 'ਚ ਹੀ ਖਲੋਤਾ। ਬਸ ਗੁਰੂ ਮਹਾਰਾਜ ਜੱਫੀ ਪਾ ਲਈ। ਜੱਫੀ ਪਾਉਂਦੇ ਸਾਰੀ ਲੋਕ ਪਰਲੋਕ ਸਵਾਰਥ ਨਿਹਾਲ ਕਰਦਾ, ਕਹਿੰਦਾ ਸਿੱਖਾ ਨਿਹਾਲ ਨਿਹਾਲ ਨਿਹਾਲ, ਜਿਉਂਦੇ ਮੁਕਤ ਕਰ ਦਿੱਤਾ। ਐਂ ਕਸ਼ਮੀਰ 'ਚ ਅਜੇ ਠਹਿਰੇ ਨੇ। ਅੱਜ ਦੇ ਇੱਕ ਬੜਾ ਪਿਆਰਾ ਸਿੱਖ ਭਾਈ ਕਟੂ ਸੀ, ਕਟੂ ਸ਼ਾਹ, ਅਵਸਥਾ ਉੱਚੀ ਸੀ। ਇੱਕ ਸਿੱਖ ਗੁਰੂ ਮਹਾਰਾਜ ਲਈ ਸ਼ਹਿਦ ਲੈ ਕੇ ਆ ਰਿਹਾ ਕੁਝੇ 'ਚ ਪਾ ਕੇ, ਤਾਜ਼ੀ ਚੋ ਕੇ। ਰਾਜ ਭਾਈ ਕਟੂ ਮਿਲ ਪਿਆ, ਕਹਿੰਦਾ ਸਿੱਖਾ ਕਿੱਧਰ ਜਾ ਰਹੇ ਹੈ? ਕਹਿੰਦਾ ਮੈਂ 6ਵੇਂ ਪਾਤਸ਼ਾਹ ਨੂੰ ਮਿਲਣ ਜਾ ਰਿਹਾ। ਕੀ ਲੈ ਕੇ ਜਾ ਰਹੇ? ਕਹਿੰਦਾ ਮੇਰੇ ਕੋਲ ਸ਼ਹਿਦ ਹੈ। ਕਹੇ ਯਾਰ ਮੈਨੂੰ ਬੜੀ ਭੁੱਖ ਲੱਗੇ, ਥੋੜ੍ਹਾ ਸ਼ਹਿਦ ਮੈਨੂੰ ਖਵਾ ਜਾ। ਕਹਿੰਦਾ ਨਾ ਮੈਂ ਤਾਂ ਗੁਰੂ ਲਈ ਲੈ ਕੇ ਚੱਲਿਆ, ਪਹਿਲਾਂ ਉਹ ਭੋਗ ਲਾਉਣਗੇ ਫਿਰ ਤੈਨੂੰ ਮਿਲੇਗਾ ਨਾ। ਉਹਨੇ ਕਿਹਾ ਨਹੀਂ ਮੈਨੂੰ ਬੜੀ ਭੁੱਖ ਲੱਗੀ ਹੈ, ਵੀ ਤੂੰ ਮੈਨੂੰ ਥੋੜ੍ਹੇ ਖਵਾ ਦੇ, ਬਾਕੀ ਲੈ। ਕਹਿੰਦਾ ਨਾ ਭਾਈ ਮੈਂ ਨਹੀਂ ਤੈਨੂੰ ਪਹਿਲਾਂ ਖਵਾਉਂਦਾ। ਆ ਗਿਆ, ਲਿਆ ਕੇ ਗੁਰੂ ਮਹਾਰਾਜ ਕੇ ਕੁਝਾ ਰੱਖੇ। ਗੁਰੂ ਮਹਾਰਾਜ ਕੱਪੜਾ ਲਾਇਆ, ਕਹਿ ਦਿਓ ਇਹ ਤਾਂ ਕੀੜੇ ਨੇ, ਇਹ ਤੂੰ ਕੀੜਿਆਂ ਵਾਲਾ ਸ਼ਾਇਦ ਮੈਨੂੰ ਖਵਾਉਣੇ। ਉਹ ਕਹਿੰਦਾ ਨਾ ਜੀ ਮੈਂ ਤਾਂ ਹੁਣੇ ਹੀ ਚੋ ਕੇ ਲਿਆ। ਕਹਿੰਦਾ ਹੁਣੇ ਚੋ ਕੇ ਲਿਆ? ਕਹਿ ਤੈਨੂੰ ਰਾਜ ਕੋਈ ਮਿਲਿਆ ਸੀ? ਹਾਂ ਜੀ ਮੈਨੂੰ ਕਹਿੰਦੇ ਕਟੂ ਸ਼ਾਹ ਮਿਲਿਆ ਸੀ। ਕਹਿੰਦੇ ਸੁਣ, ਅਸੀਂ ਜਦੋਂ ਰਾਜ ਤੇਰੇ ਤੋਂ ਸ਼ਹਿਦ ਮੰਗਿਆ ਉਦੋਂ ਤੂੰ ਸਾਨੂੰ ਦਿੱਤਾ ਨਹੀਂ। ਉਹ ਕਹਿੰਦੇ ਭਾਈ ਸਾਡਾ ਹੀ ਰੂਪ ਸੀ, ਉਹਦੇ ਲੱਗ ਗਈ ਸਰਾਪ, ਇਹ 'ਚ ਪੈ ਗਏ ਕੀੜੇ। ਕਹਿੰਦੇ ਕੀ ਕਰਾਂ? ਕਿ ਉਹਨੂੰ ਪਹਿਲਾਂ ਖਵਾ ਕੇ ਆ ਫਿਰ ਲੈ ਜਾ। ਲੈ ਗਿਆ, ਕਹਿੰਦਾ ਮਹਾਰਾਜ ਜੀ ਛਕੋ। ਕਹਿੰਦਾ ਜਦੋਂ ਮੈਂ ਤੈਨੂੰ ਕਿਹਾ ਸੀ, ਕਹਿੰਦਾ ਕੋਈ ਨਹੀਂ ਗਲਤੀ ਹੋ ਗਈ ਜੀ ਹੁਣ ਛਕੋ। ਜਦੋਂ ਉਹਨਾਂ ਕੁਝ ਨੂੰ ਹੱਥ ਲਾਇਆ ਉਹ ਕੀੜੇ ਕੁੜੇ ਪਤਾ ਨਹੀਂ ਕਿੱਧਰ ਨੂੰ ਗਏ, ਉਹਨੂੰ ਛਕਾ ਕੇ ਫਿਰ ਗਏ। ਸੋ ਪਹੁੰਚੇ ਹੋਏ ਗੁਰਸਿੱਖ ਸਨ ਉਦੋਂ। ਅਤੇ ਗੁਰੂ ਮਹਾਰਾਜ ਕਹਿੰਦੇ ਸੀ ਭਾਈ ਤੁਸੀਂ ਭੁੱਖਾ, ਜਿਹੜਾ ਭੁੱਖਾ ਉਸ ਨੂੰ ਤੁਸੀਂ ਖਵਾਓ, ਸਮਝੋ ਸਾਡੇ ਤੱਕ ਆ ਗਿਆ ਹੈ। ਸਮਝਾ ਗਏ। ਕਈ ਮਸੰਦ ਐਸੇ ਸਨ ਜਿਹੜੇ ਆਪਣੇ ਇਲਾਕੇ 'ਚ ਉਗਰਾਹੀ ਕਰਦੇ ਸਨ, ਪਰ ਉਹ ਜਿੰਨੀ ਉਗਰਾਹੀ ਕਰਦੇ ਸਨ ਲੋੜਵੰਦਾਂ ਨੂੰ ਦੇ ਦਿਆ ਕਰਦੇ ਸਨ। ਤਾਂ ਵੀ ਗੁਰੂ ਮਹਾਰਾਜ ਖੁਸ਼ ਹੁੰਦੇ ਸੀ ਕਿ ਅਸੀਂ ਵੀ ਤਾਂ ਲੋੜਵੰਦਾਂ ਨੂੰ ਹੀ ਦੇਣੇ, ਅਤੇ ਤੁਸੀਂ ਜਿਹੜਾ ਦਸਵੰਧ ਕੱਢਿਆ ਸੀ ਤੁਸੀਂ ਲੋੜਵੰਦਾਂ ਨੂੰ ਦੇਤਾ। ਇੱਕੋ ਹੀ ਗੱਲ ਹੈ। ਕਈ ਮੇਰੇ ਤੋਂ ਪੁੱਛਣਗੇ ਜੀ ਅਸੀਂ ਦਸਵੰਧ ਗੁਰਦੁਆਰੇ ਦੇਈਏ ਕਿ ਮੈਂ ਦੇਖੋ ਇਹ ਤੁਹਾਡੀ ਮਰਜ਼ੀ। ਜੇ ਤਾਂ ਤੁਸੀਂ ਕਿਸੇ ਨੂੰ ਜਾਣਦੇ ਹੋ ਵਾਕਈ
ਵੀ ਇਹ ਲੋੜਵੰਦ ਹੈ। ਐਵੇਂ ਨੇ ਮੰਗਤਿਆਂ ਦੀ ਗੱਲ ਨਹੀਂ। ਜਿਹਦਾ ਆਪਾਂ ਨੂੰ ਪਤਾ ਹੈ ਵੀ ਇਹ ਵਾਕਈ ਲੋੜਵੰਦ ਹੈ, ਵਾਕਈ ਗਰੀਬ ਹੈ, ਤੁਸੀਂ ਦਸਵਾਂ 'ਚ ਉਹਦੀ ਮਦਦ ਕਰ ਸਕਦੇ ਹੋ। ਪਰ ਜੇ ਤੁਹਾਨੂੰ ਨਹੀਂ ਪਤਾ, ਫਿਰ ਗੁਰੂ ਘਰ ਨੂੰ ਦੇ ਕੇ ਆਉਣਾ। ਬਿਨਾਂ ਪਤਾ ਕੀਤੇ ਹੋਏ ਕਿਸੇ ਨੂੰ ਨਹੀਂ ਦੇਣਾ। ਅੱਜ ਕੱਲ੍ਹ ਬਹੁਤ ਠੱਗੀ ਠੋਰੀ ਚੱਲਦੀ ਹੈ। ਲੋਕ ਅੰਨੇ ਬਣੇ ਹੋਏ ਨੇ, ਅੰਨੇ ਹੈ ਨਹੀਂ। ਇੱਕ ਮੇਰੇ ਕੋਲ ਆ ਗਿਆ, ਆ ਕੇ ਮੇਰੇ ਚਰਨਾਂ 'ਤੇ ਨਾ ਮੱਥਾ ਟੇਕੇ। ਮੈਂ ਜੀ ਕਹਿ ਜੀ ਮੈਂ ਅੰਨਾ ਅਤੇ ਮੇਰੀ ਮਦਦ ਕਰੋ। ਉਹ ਮੈਂ ਭਲਿਆ ਮਾਣ ਜਾ, ਜੇ ਤੂੰ ਅੰਨਾ ਹੁੰਦਾ ਅਤੇ ਮੈਨੂੰ ਮੇਰੇ ਪੈਰ ਤੈਨੂੰ ਕਿਵੇਂ ਦਿਸ ਗਏ? ਮੇਰੇ ਪੈਰ ਤੈਨੂੰ ਕਿਵੇਂ ਦਿਸ ਗਏ? ਤੂੰ ਆ ਕੇ ਮੱਥਾ ਟੇਕਿਆ ਹੈ। ਐਂ ਇੰਨੇ ਬਣੇ ਹੋਏ ਨੇ। ਲੰਗੜੇ ਨਹੀਂ ਹੁੰਦੇ, ਲੰਗੜੇ ਬਣੇ ਹੋਏ ਨੇ। ਕੋੜੀ ਨਹੀਂ ਹੁੰਦੇ, ਕੋੜੀ ਬਣੇ ਹੋਏ ਨੇ। ਇਸ ਲਈ ਤੁਸੀਂ ਜਿਸ ਦੀ ਵੀ ਸਹਾਇਤਾ ਕਰਨੀ ਹੈ, ਚਾਹੇ ਉਹ ਤੁਹਾਡਾ ਗਰੀਬ ਰਿਸ਼ਤੇਦਾਰ ਹੈ, ਕੋਈ ਹੋਰ ਹੈ ਕਰਮਚਾਰੀ, ਤੁਸੀਂ ਜਾਣਦੇ, ਲੋੜਵੰਦ ਦੀ ਸਹਾਇਤਾ ਕਰਨੀ, ਉਹ ਤੁਹਾਡੀ ਮਰਜ਼ੀ ਹੈ। ਗੁਰਦੁਆਰੇ ਦੇ ਦਸਵੰਧ ਜਾਂ ਕਿਸੇ ਲੋੜਵੰਦ ਤੁਸੀਂ ਮਦਦ ਕਰਨੀ, ਉਸ ਤਰ੍ਹਾਂ ਤੁਸੀਂ ਮਦਦ ਕਰ ਸਕਦੇ ਹੋ। ਉੱਥੇ ਨੇੜੇ ਹੀ ਇੱਕ ਸ਼ਹਿਰ ਹੈ ਗੁਜਰਾਤ, ਇੱਕ ਤਾਂ ਸਟੇਟ ਹੈ ਨਾ, ਇੱਕ ਉੱਥੇ ਨੇੜੇ ਸ਼ਹਿਰ, ਉਹ ਪੈਂਦਾ ਅੱਜ ਕੱਲ੍ਹ ਪਾਕਿਸਤਾਨ 'ਚ। ਉੱਥੇ ਇੱਕ ਫਕੀਰ ਰਹਿੰਦਾ ਸੀ, ਉਹ ਰਿੱਧੀਆਂ ਸਿੱਧੀਆਂ ਦਾ ਮਾਲਕ ਸੀ। ਉਹ ਸ਼ੇਰ ਦੀ ਸਵਾਰੀ ਕਰਿਆ ਕਰਦਾ ਸੀ ਅਤੇ ਹੱਥ ਸੱਪ ਦਾ ਛਾਂਟਾ ਲੈ ਕੇ ਤੁਰਦਾ ਸੀ। ਉਹਨੂੰ ਪਤਾ ਹੈ ਗੁਰੂ ਮਹਾਰਾਜ ਆਏ ਨੇ। ਉਹ ਕਹਿੰਦਾ ਲੈ ਮੈਂ ਉਹਨੂੰ ਪ੍ਰਭਾਵਿਤ ਕਰਕੇ ਆਉਣਾ, ਮੈਂ ਸ਼ੇਰ 'ਤੇ ਚੜ੍ਹ ਕੇ ਜਾਣਾ। ਉਹ ਸ਼ੇਰ 'ਤੇ ਚੜ੍ਹ ਕੇ ਹੱਥ ਛਾਂਟਾ ਲਿਆ ਹੋਇਆ, ਸੱਪ ਫੜਿਆ ਹੱਥ 'ਚ ਆ ਰਿਹਾ। ਗੁਰੂਆਂ ਦੇਖਿਆ ਵੀ ਬੜੀ ਹਉਮੈ ਹੈ, ਬੜੀ ਹਉਮੈ ਜਾ ਰਿਹਾ ਹੈ। ਜਦੋਂ ਨੇੜੇ ਆਇਆ ਨਾ, ਸ਼ੇਰ ਨੇ ਗੁਰੂ ਮਹਾਰਾਜ ਨੂੰ ਵੇਖਿਆ, ਸ਼ੇਰ ਨੇ ਉਹ ਫਕੀਰ ਨੂੰ ਦਿੱਤਾ ਹੇਠਾਂ ਸੁੱਟ ਅਤੇ ਆ ਭੱਜ ਗਿਆ। ਅਤੇ ਫਕੀਰ ਢਿੱਲਾ ਜਿਹਾ ਹੋ ਗਿਆ, ਆਰਾਮ ਨਾਲ ਆ ਗਿਆ, ਆ ਕੇ ਮੱਥਾ ਟੇਕਦਾ ਗੁਰੂ ਮਹਾਰਾਜ ਨੂੰ। ਗੁਰੂ ਮਹਾਰਾਜ ਹੱਸ ਪਏ, ਬਿਠਾਇਆ, ਬੈਠੋ ਜੀ ਫਕੀਰ ਜੀ, ਬੈਠੋ ਜੀ। ਗੱਲਾਂ ਬਾਤਾਂ ਲੱਗੇ ਕਰਨ। ਕਹਿ ਜੀ ਮੈਨੂੰ ਪਤਾ ਲੱਗਾ ਤੁਸੀਂ ਵਿਆਹ ਵਰੇ ਹੋ? ਕਹਿੰਦੇ ਹਾਂਜੀ ਅਸੀਂ ਵਿਆਹ ਵਰੇ। ਕਿ ਤੁਹਾਡੇ ਪੁੱਤਰ ਵੀ ਨੇ? ਹਾਂ ਕਹਿੰਦੇ ਪੁੱਤਰ ਵੀ ਨੇ। ਤੁਸੀਂ ਤਾਂ ਕਹਿੰਦੇ ਧਨ ਦੌਲਤ ਵੀ ਰੱਖਿਆ ਹੋਇਆ? ਹਾਂ ਕਹਿੰਦੇ ਰੱਖਿਆ ਹੋਇਆ ਹੈ। ਤੁਹਾਡੇ ਲੜਕੇ ਵੀ ਨੇ, ਤੁਸੀਂ ਧਨ ਦੌਲਤ ਵੀ ਰੱਖਿਆ ਹੋਇਆ ਹੈ, ਤੁਸੀਂ ਵਿਆਹ ਵੀ ਕਰਾਇਆ ਹੈ। ਤੁਸੀਂ ਕਾਹਦੇ ਬੈਰਾਗੀ ਹੈ? ਤੁਸੀਂ ਕਾਹਦੇ ਫਕੀਰ ਹੋ? ਅਤੇ ਫਕੀਰ ਤਾਂ ਨਾਲੇ ਮੁਸਲਮਾਨ ਹੁੰਦਾ, ਹਿੰਦੂਆਂ 'ਤੇ ਕੋਈ ਪੀਰ ਹੁੰਦਾ ਹੀ ਨਹੀਂ, ਤੁਸੀਂ ਕਿਵੇਂ ਆਪਣੇ ਆਪ ਨੂੰ ਪੀਰ ਬਣੇ ਫਿਰਦੇ ਹੋ? ਉਹ ਕਹਿੰਦੇ ਦੇਖ, ਜਿਹੜਾ ਪੁੱਤਰ ਹੈ ਇਹ ਨਿਸ਼ਾਨ ਹੁੰਦਾ, ਮਾਇਆ ਗੁਜ਼ਰਾਨ ਹੁੰਦੀ ਹੈ, ਗੁਜ਼ਾਰੇ ਲਈ ਹੁੰਦੀ ਹੈ। ਔਰਤ ਈਮਾਨ ਹੁੰਦੀ ਹੈ। ਅਤੇ ਜਿਹੜਾ ਪੀਰ ਹੁੰਦਾ ਨਾ ਹਿੰਦੂ ਨਾ ਮੁਸਲਮਾਨ ਹੁੰਦਾ। ਪੀਰਾਂ ਦਾ ਕੋਈ ਧਰਮ ਨਹੀਂ ਹੋਇਆ ਕਰਦਾ। ਚਲੋ ਜੀ ਹੋ ਗਿਆ, ਤੁਸੀਂ ਨਿਹਾਲ ਹੋ ਗਿਆ, ਬੜਾ ਖੁਸ਼ ਹੋਇਆ, ਫਿਰ ਉਹ ਚਲੇ ਗਿਆ। ਕਿਉਂਕਿ ਇਹ 1 ਘੰਟੇ 'ਚ ਗੁਰੂ ਮਹਾਰਾਜ ਦਾ ਜੀਵਨ ਪੂਰਾ ਹੋਣ ਵਾਲਾ ਨਹੀਂ ਹੈ। ਬਾਕੀ 1 ਘੰਟਾ ਫਿਰ ਕੱਲ੍ਹ ਨੂੰ ਜਿਹੜਾ ਬਾਕੀ ਜੀਵਨ ਗੁਰੂ ਮਹਾਰਾਜ ਦਾ ਰਹਿ ਗਿਆ, ਉਹ ਆਪਾਂ ਜਿਹੜਾ ਹੈ ਇਹਦੀ ਕਥਾ ਵਾਰਤਾ ਕਰਾਂਗੇ ਕੱਲ੍ਹ ਨੂੰ। ਇੱਕ ਹੋਰ ਬਸ ਮੈਂ ਘਟਨਾ ਸੁਣਾ ਕੇ ਫਿਰ ਆਪਾਂ ਬਾਕੀ ਕੱਲ੍ਹ ਨੂੰ ਕਰਾਂਗੇ। ਅਫਗਾਨਿਸਤਾਨ ਦਾ ਇੱਕ ਸ਼ਹਿਰ ਹੈ ਕੰਧਾਰ। ਉੱਥੇ 6ਵੇਂ ਪਾਤਸ਼ਾਹ ਦੇ ਇੱਕ ਸਿੱਖ ਰਹਿੰਦਾ, ਭਾਈ ਤਲੋਕਾ। ਉਹ ਜਿਹੜਾ ਮੁਸਲਮਾਨ ਨਵਾਬ ਸੀ ਕੰਧਾਰ ਦਾ, ਉਹਦਾ ਬਾਡੀਗਾਰਡ ਸੀ ਭਾਈ ਤਲੋਕਾ। ਭਾਈ ਤਲੋਕੇ ਤੋਂ ਸ਼ਿਕਾਰ ਖੇਡਦਿਆਂ ਹੋਇਆਂ ਇੱਕ ਔਰਤ ਮਾਰੀ ਗਈ ਭੁਲੇਖੇ ਨਾਲ। ਉਹ ਗਰਭਵਤੀ ਸੀ। ਜਦੋਂ ਤਲਵਾਰ ਵੱਜੀ ਉਹ ਵੀ ਮਾਰੀ ਗਈ ਅਤੇ ਦੋਨੋਂ ਬੱਚੇ ਜਿਹੜੇ ਚਪੇੜ ਸਨ ਉਹ ਵੀ ਮਰ ਗਏ। ਉਹਦੇ ਮਨ ਨੂੰ ਬੜਾ ਹੋਇਆ। ਉਹਨੇ ਪ੍ਰਤਿੱਗਿਆ ਕਰ ਲਈ ਭਾਈ ਤਲੋਕੇ ਨੇ ਕਿ ਮੈਂ ਅੱਗੇ ਤੋਂ ਲੋਹੇ ਦੀ ਤਲਵਾਰ ਨਹੀਂ ਰੱਖਾਂਗਾ। ਉਹਨੇ ਮਿਆਨ ਉਹੀ ਰੱਖੀ, ਵਿੱਚ ਲੱਕੜ ਦੀ ਤਲਵਾਰ ਪਾ ਦਿੱਤੀ। ਹੈਗਾ ਬਾਡੀਗਾਰਡ। ਕੁਝ ਸਮੇਂ ਬਾਅਦ ਕਿਸੇ ਹੋਰ ਦੂਜੇ ਬਾਡੀਗਾਰਡ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਲੱਕੜ ਦੀ ਤਲਵਾਰ ਰੱਖੀ ਬੈਠਾ, ਇਹ ਤਾਂ ਲੋਹੇ ਦੀ ਤਲਵਾਰ ਹੀ ਨਹੀਂ ਰੱਖੀ। ਕੱਲ੍ਹ ਨੂੰ ਨਵਾਬ 'ਤੇ ਹਮਲਾ ਹੋ ਗਿਆ, ਇਹ ਕਿਵੇਂ ਰੱਖਿਆ ਕਰੇਗਾ ਲੱਕੜ ਦੀ ਤਲਵਾਰ ਨਾਲ? ਉਹਨੇ ਨਵਾਬ ਕੋਲ ਸ਼ਿਕਾਇਤ ਕਰਤੀ ਕਿ ਜਿਹੜਾ ਗੁਰੂ ਦਾ ਸਿੱਖ ਪੈਤਲੋਕ ਹੈ ਉਹਦੇ ਕੋਲ ਲੋਹੇ ਦੀ ਤਲਵਾਰ ਨਹੀਂ ਹੈ ਜੀ, ਉਹਦੇ ਕੋਲ ਤਾਂ ਲੱਕੜ ਦੀ ਹੈ। ਕਿ ਚਲੋ ਗੁਰੂ ਨਾਨਕ ਦਾ ਸਿੱਖ ਹੈ ਨਹੀਂ ਕਰ ਸਕਦਾ।
ਕਿ ਤੁਹਾਨੂੰ ਆਦਤ ਤੇ ਸ਼ਿਕਾਇਤ ਲਾਉਣ ਦੀ। ਗੁਰੂ ਨਾਨਕ ਦਾ ਸਿੱਖ ਅਜਿਹਾ ਨਹੀਂ ਕਰ ਸਕਦਾ। ਨਹੀਂ ਜੀ, ਕਹਿੰਦਾ ਉਹਨੇ ਲੱਕੜ ਦੀ ਤਲਵਾਰ, ਕਹਿੰਦਾ ਮੇਰੀ ਗੱਲ ਸੁਣ ਲੈ, ਜੇ ਤੇ ਲੱਕੜ ਦੀ ਤਲਵਾਰ ਹੋਈ ਫਿਰ ਤਾਂ ਮੈਨੂੰ ਸਜ਼ਾ ਦੇਵਾਂਗਾ, ਜੇ ਨਾ ਹੋਈ ਫਿਰ ਤੈਨੂੰ ਸਜ਼ਾ ਮਿਲੂ। ਕਹਿੰਦੇ ਦੇ ਲਿਓ ਜੀ ਸਜ਼ਾ। ਉਹ ਬੜੇ ਵਿਸ਼ਵਾਸ ਨੇ ਕਿਹਾ। ਨਵਾਬ ਨੂੰ ਵੀ ਹੋ ਗਿਆ ਵੀ ਹੈ ਹੀ ਨਹੀਂ ਵਿਸ਼ਵਾਸ ਨਾਲ। ਨਵਾਬ ਨੇ ਸੋਚਿਆ ਵੀ ਜੇ ਮੈਂ ਇਕੱਲੇ ਭਾਈ ਤਲੋਕੇ ਨੂੰ ਸੱਦਿਆ ਵੀ ਆਪਣੀ ਲੈ ਕੇ ਆ ਤਲਵਾਰ, ਉਹ ਬੇਇੱਜ਼ਤੀ ਨਾ ਮਹਿਸੂਸ ਕਰੇ। ਉਹ ਜਿਹਨੇ 13 ਬਾਡੀਗਾਰਡ ਸਨ ਸਾਰਿਆਂ ਨੂੰ ਹੁਕਮ ਕਰਤਾ ਵੀ ਆਪਣੇ ਆਪਣੇ ਤਲਵਾਰਾਂ ਲੈ ਕੇ ਆ ਜਾਓ, ਲਾਈਨ 'ਚ ਖੜੇ ਕਰ ਲਓ। ਭਾਈ ਤਲੋਕਾ 11ਵੇਂ ਨੰਬਰ 'ਤੇ ਖੜਾ। ਪਹਿਲੇ ਦੀ ਤਲਵਾਰ ਨਵਾਬ ਨੇ ਫੜੀ, ਮਿਆਨ 'ਚੋਂ ਕੱਢੀ, ਲੋਹੇ ਦੀ ਆ। ਭਾਈ ਤਲੋਕਾ ਨੇ ਕਿਹਾ ਵੀ ਲੈ ਵੀ ਅੱਜ ਤੂੰ ਗਿਆ, ਤੇਰੀ ਤਾਂ ਲੱਕੜ ਦੀ ਹੈ, ਤੂੰ ਅੱਜ ਗਿਆ। ਉਹ 6ਵੇਂ ਪਾਤਸ਼ਾਹ ਨੂੰ ਅਰਦਾਸ ਕਰਦਾ ਵੀ ਸੱਚੇ ਪਾਤਸ਼ਾਹ ਬਦਨਾਮੀ ਬੜੀ ਹੋਵੇਗੀ, ਸਿੱਖਾਂ 'ਤੇ ਇਸ ਨੂੰ ਵਿਸ਼ਵਾਸ ਬਹੁਤ ਹੈ, ਭਾਵੇਂ ਮੁਸਲਮਾਨਾਂ ਨੂੰ ਵਿਸ਼ਵਾਸ ਬਹੁਤ ਹੈ, ਅਤੇ ਤੂੰ ਮੇਰੀ ਅੱਜ ਲਾਜ ਰੱਖਣੀ ਬਸ। ਅਰਦਾਸ ਕਰਦੀ, ਉਹਦੀ ਅੱਖਾਂ ਬੰਦ ਹੋ ਗਈਆਂ। ਬੰਦ ਕਰਦਾ ਉਹ ਸਾਰੇ ਦੇ ਤਲਵਾਰਾਂ ਚੈੱਕ ਕਰਦਾ ਜਦੋਂ ਉਹਦੇ ਹੱਥ 'ਚੋਂ ਤਲਵਾਰ ਖਿੱਚੀ ਨਾ ਨਵਾਬ ਨੇ, ਉਹ ਅੱਖਾਂ ਖੋਲ੍ਹੀ ਉਹਨੇ। ਨਵਾਬ ਨੇ ਜਦੋਂ ਵਿੱਚੋਂ ਤਲਵਾਰ ਕੱਢੀ ਮਿਆਨ 'ਚੋਂ, ਉਹ ਸਭ ਤੋਂ ਵੱਧ ਚਮਕੇ, ਇੰਨੇ ਸੋਹਣੇ ਲੋਹੇ ਦੀ। ਨਵਾਬ ਪੈ ਗਿਆ ਉਹਨੂੰ, ਜਿਹਨੇ ਸ਼ਿਕਾਇਤ ਕੀ ਕਿਹਾ ਤੂੰ ਤਾਂ ਕਹਿੰਦਾ ਸੀ ਲੱਕੜ ਦੀ ਤਲਵਾਰ ਲਈ ਬੇਟਾ, ਇਹ ਸਾਰੀਆਂ ਤਲਵਾਰਾਂ ਤੋਂ ਸਭ ਤੋਂ ਵਧੀਆ ਤਲੋਕੇ ਤਲਵਾਰ ਹੈ। ਕਹਿੰਦੇ ਚੱਲ ਤੈਨੂੰ ਤਾਂ ਨੌਕਰੀ ਤੋਂ ਕੱਢਿਆ ਜਾਂਦਾ ਸੀ, ਤੈਨੂੰ ਜੇਲ੍ਹ ਕੀਤੀ ਜਾਂਦੀ, ਤੁਸੀਂ ਕਹਿੰਦਾ ਝੂਠੀਆਂ ਉਜਲ ਹੈ। ਗੁਰੂ ਨਾਨਕ ਦਾ ਸਿੱਖ ਅਜਿਹਾ ਕਰ ਹੀ ਨਹੀਂ ਸਕਦਾ। ਮੈਂ ਕਈ ਵਾਰੀ ਦਿਲ ਸੋਚਦਾ ਹਾਂ ਵੀ ਬੇਗਾਨਾ ਹੋਵੇ ਰਾਜ ਹੈ ਅਤੇ ਇੰਨਾ ਵਿਸ਼ਵਾਸ ਹੋਵੇ, ਅਤੇ ਅੱਜ ਅਸੀਂ ਕਿੱਥੇ ਹਾਂ? ਅੱਜ ਅਸੀਂ ਉਹ ਪੁਰਾਣੇ ਸਿੱਖ ਕਿੱਥੇ ਅਤੇ ਅੱਜ ਦੇ ਅਸੀਂ ਕਿੱਥੇ? ਬਹੁਤ ਜ਼ਿਆਦਾ ਗਿਰਾਵਟ ਆ ਗਈ ਹੈ। ਹੁਣ ਕੋਈ ਇੰਨਾ ਵਿਸ਼ਵਾਸ ਕਰਨ ਲਈ ਸਾਡੇ 'ਤੇ ਤਿਆਰ ਨਹੀਂ ਹੈ। ਸੋ ਸਾਡਾ ਫਰਜ਼ ਬਣਦਾ ਕਿ ਅਸੀਂ ਗੁਰੂ ਨਾਨਕ ਦੇ ਅਸੂਲਾਂ ਨੂੰ ਮੰਨੀਏ, ਤਾਂ ਜੋ ਗੁਰੂ ਦੀ ਵੀ ਖੁਸ਼ੀ ਹੋਵੇ ਅਤੇ ਲੋਕ ਵੀ ਐਵੇਂ ਨਾ ਕਹਿਣ ਵੀ ਇਹ ਤਾਂ ਬਰਾਏ ਨਾ ਸਿੱਖ ਨੇ, ਇਹ ਕਿੰਨਾ ਦਾ ਕੋਈ ਅਸੂਲ ਤਾਂ ਹੈ ਨਹੀਂ ਹੈ। ਗੁਰੂ ਮਹਾਰਾਜ ਕਿਰਪਾ ਕਰਨ। ਬਾਕੀ ਆਪਾਂ ਵਿਚਾਰਾਂ 6ਵੇਂ ਪਾਤਸ਼ਾਹ ਬਾਰੇ ਕੱਲ੍ਹ ਨੂੰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।